ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ 768 ਦੇਖ ਰਹੇ ਸਭ ਦਰਸ਼ਕ ਹਾਜ਼ਰੀਨ ਤੇ ਨਾਜ਼ਰੀਨ, ਵੈਲਕਮ, ਸਵਾਗਤਮ, ਖੁਸ਼ ਆਮਦੀਦ। ਜਿਆਂ ਨੂੰ ਸਦਕਿਆਂ ਨੂੰ ਮੈਂ ਵਾਰੀ ਮੈਂ ਬਲਿਹਾਰ। ਸਾਲ 2022 ਅਗਸਤ ਮਹੀਨੇ ਦੀ 12 ਤਰੀਕ ਤੇ ਦੇਸੀ ਮਹੀਨਾ ਸਾਵਣ ਅੱਜ ਸੁੱਖ ਨਾਲ 28 ਦਿਨ ਚਲਾ ਗਿਆ। ਪ੍ਰੋਗਰਾਮ ਵੌਇਸ ਆਫ ਸ਼ਖਸ ਲੈ ਕੇ ਹਾਜ਼ਰ ਤੁਹਾਡਾ ਆਪਣਾ ਪ੍ਰੈਜ਼ੈਂਟਰ ਦੋਸਤ ਮਾਸਟਰ ਬਰਿੰਦਰ ਸਿੰਘ ਜ਼ਖਮੀ। ਜਦ ਵੀ ਸਾਵਣ ਦੀ ਰੁੱਤ ਆਵੇ, ਘਰ ਘਰ ਬਣਦੇ ਖੀਰਾਂ ਪੂੜੇ, ਸਵੇਰ ਤੋਂ ਸ਼ਾਮਾਂ ਤੀਕਰ ਝੜੀਆਂ ਧੋ ਸੁੱਟਣ ਗਲੀਆਂ ਦੇ ਕੂੜੇ। ਹੁਣ ਵੀ ਸੋਚਾਂ ਬਚਪਨ ਲੋਚਾਂ, ਬਾਗੀ ਪੀਂਘਾਂ ਛਣਕਣ ਚੂੜੇ, ਬਦਲ ਗਿਆ ਜ਼ਮਾਨਾ ਜ਼ਖਮੀ, ਪਿਆਰ ਯਾਰਾਂ ਦੇ ਰਹੇ ਨਾ ਗੂੜੇ। ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਰਣੀਏ ਨਮਸਕਾਰ, ਸਲਾਮ ਆਦਾਬ ਐਂਡ ਵੈਰੀ ਗੁੱਡ ਫਰਾਈਡੇ ਮਾਰਨਿੰਗ ਟੂ ਐਵਰੀ ਵਨ ਆਫ ਯੂ। ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਦੇ ਵਸਨੀਕ, ਬਹਾਦਰ ਯੋਧੇ, ਸੰਤ, ਸਿਪਾਹੀ ਤੇ ਭਜਨੀਕ, ਕੁੱਲ ਆਲਮ ਦੇ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਸਿੱਖ ਚੈਨਲ ਤੇ ਜੀ ਆਇਆਂ ਕਹਿੰਦਿਆਂ ਮੈਨੂੰ ਬੇਹੱਦ ਖੁਸ਼ੀ ਅਤੇ ਪ੍ਰਸੰਨਤਾ ਦਾ ਅਹਿਸਾਸ ਹੋ ਰਿਹਾ ਜੀ। ਨਿਆਣੇ ਕੁੱਟ ਜਦੋਂ ਮੀਂਹ ਲੈਣਾ, ਕਿਆ ਸਾਵਣ ਦੀਆਂ ਬਾਤਾਂ, ਕੋਠੇ ਤੋਂ ਆਓ ਮੰਜੀਆਂ ਲਮਕਾਓ, ਨੀਂਦਾਂ ਦੁੱਬਰ ਹੋਣੀਆਂ ਰਾਤਾਂ, ਘੋਰ ਹਨੇਰਾ ਕਿਣਮਿਣ ਬਾਰਿਸ਼, ਪੈਂਦਿਆਂ ਸਾਰ ਸ਼ੁਰੂ ਬਰਸਾਤਾਂ, ਕਰ ਰੱਬ ਦਾ ਸ਼ੁਕਰਾਨਾ ਜ਼ਖਮੀ, ਮੀਂਹ ਕਣੀ ਵੀ ਰੱਬੀ ਦਾਤਾਂ। ਆਓ ਜੀ ਆਪਣਾ ਪਰਿਵਾਰਿਕ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਸ਼ੁਰੂ ਕਰੀਏ। ਸਾਡੇ ਸੰਗੀ ਬੀਬੀ ਸੁਰਿੰਦਰ ਕੌਰ ਜੀ ਗਿੱਲ, ਟੈਕਨੀਕਲ ਟੀਮ ਵੱਲੋਂ ਸਾਡੇ ਸਾਥੀ ਸ਼੍ਰੀ ਕੁਮਾਰ ਕਾਰਤਿਕ ਜੀ। ਗੁਰਫਤਿਹ ਦੀ ਸਾਂਝ ਦੇ ਨਾਲ ਸਾਰੇ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਆਓ ਅੱਜ ਦਾ ਪਰਿਵਾਰਿਕ ਪ੍ਰੋਗਰਾਮ ਆਰੰਭ ਕਰਦੇ ਹਾਂ। ਸੋਚ ਰਹੇ ਹੋਵੋਗੇ ਕਿ ਅੱਜ ਦਾ ਟੌਪਿਕ ਅੱਜ ਕਿਸ ਮਜ਼ਮੂਨ ਤੇ ਗੱਲ ਹੋਊਗੀ। ਸਭ ਤੋਂ ਪਹਿਲਾਂ ਸਿੱਖ ਚੈਨਲ ਦੀ ਸ਼ਾਨਦਾਰ ਟੀਮ ਦਾ ਧੰਨਵਾਦ ਕਰਦੇ ਚਲੀਏ। ਬੇहद ਸ਼ੁਕਰੀਆ, ਬੜੀ ਮਿਹਰਬਾਨੀ ਜੋ ਸਾਰੀ ਦੁਨੀਆ ਦੀ ਨਿਊ ਜਨਰੇਸ਼ਨ ਗੁਰਸਿੱਖ ਬੱਚਿਆਂ ਵਾਸਤੇ ਜ਼ਬਰਦਸਤ ਧਾਰਮਿਕ ਸਮਾਗਮ ਕਰਦੇ ਹਨ, ਸਿੱਖੀ ਦਾ ਪ੍ਰਚਾਰ ਕਰਦੇ ਹਨ ਅਤੇ ਕੁੱਲ ਆਲਮ ਦੇ ਪੰਜਾਬੀਆਂ ਵਾਸਤੇ ਮਨੋਰੰਜਕ ਪ੍ਰੋਗਰਾਮਾਂ ਦੇ ਨਾਲ ਸਾਰਿਆਂ ਦਾ ਸਾਰਥਕ ਮਨੋਰੰਜਨ ਕਰਦੇ ਹਨ। ਅੱਜ ਦਾ ਟੌਪਿਕ, ਅੱਜ ਦਾ ਮਜ਼ਮੂਨ ਹੈ ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੈ ਸਭ ਦੁੱਖ ਜਾਏ। ਅੱਜ ਅਸੀਂ ਸਿੱਖ ਕੌਮ ਦੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਮਨਾਵਾਂਗੇ। ਗੁਰੂ ਜੀ ਦੇ ਪਰਉਪਕਾਰੀ ਜੀਵਨ ਤੇ ਸਮਾਜਿਕ ਸਰਗਰਮੀਆਂ ਬਾਰੇ, ਕਾਰਨਾਮਿਆਂ ਬਾਰੇ ਗੱਲਬਾਤ ਹੋਏਗੀ, ਵਿਚਾਰ ਹੋਏਗੀ, ਡਿਸਕਸ਼ਨ ਹੋਏਗੀ। ਗੁਰੂ ਹਰਿਕ੍ਰਿਸ਼ਨ ਜੀ ਪ੍ਰਗਟੇ ਕੀਰਤਪੁਰ, ਗੁਰੂ ਹਰਿਕ੍ਰਿਸ਼ਨ ਜੀ ਪ੍ਰਗਟੇ ਕੀਰਤਪੁਰ, ਖਾਸ ਨਿਆਰੀ ਝਲਕ ਪਿਤਾ ਹਰ ਰਾਏ ਕ੍ਰਿਸ਼ਨ ਕੌਰ, ਦੇਖ ਝੱਲੀ ਨਾ ਜਾਏ ਪਲਕ, ਜਿਸ ਡਿਠੇ ਸਭ ਦੁੱਖ ਜਾਏ, ਬਾਲ ਸਤਿਗੁਰੂ ਦੀ ਅਨੋਖੀ ਡਲਕ, ਬੰਗਲਾ ਸਾਹਿਬ ਰੌਣਕਾਂ ਜ਼ਖਮੀ, ਸੀਸ ਝੁਕਾਉਂਦੇ ਜ਼ਿਮੀ ਤੇ ਫਲਕ। ਜੀ ਹਾਂ, ਇਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ 366ਵਾਂ ਪਾਵਨ ਪ੍ਰਕਾਸ਼ ਦਿਹਾੜਾ ਹੈ। ਮੈਂ ਨਿੱਕੀ ਜਿਹੀ ਗੱਲ ਕਰ ਚਲਾਂ। ਅਕਸਰ ਅਸੀਂ ਜਦੋਂ ਅਰਦਾਸ ਦੇ ਵਿੱਚ ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਪੜ੍ਹਦੇ ਹਾਂ, ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁੱਖ ਜਾਏ, ਤਾਂ ਕੁਝ ਮੇਰੇ ਜਿਹੇ ਅਰਦਾਸੀਏ ਇਸ ਨਾਮ ਨੂੰ ਹਰਿਕ੍ਰਿਸ਼ਨ ਕਹਿ ਕੇ ਲੰਘ ਜਾਂਦੇ ਹਨ, ਜਦ ਕਿ ਗੁਰੂ ਸਾਹਿਬ ਜੀ ਦਾ ਸਹੀ ਤੇ ਪੂਰਾ ਨਾਂ ਹੈ ਹਰਿਕ੍ਰਿਸ਼ਨ, ਕੱਕੇ ਦੇ ਪੈਰ ਵਿੱਚ ਰਾਰਾ। ਪੂਰਾ ਨਾਮ ਲਿਆ ਸਤਕਾਰ ਦੁੱਗਣਾ ਹੋ ਜਾਂਦਾ ਹੈ, ਤੇ ਜੇ ਕਿਸੇ ਦਾ ਨਾਂ ਅਸੀਂ ਅਧੂਰਾ ਲਈਏ ਤਾਂ ਸੁਣਨ ਵਾਲੇ ਨੂੰ ਪਤਾ ਲੱਗ ਜਾਂਦਾ ਕਿ ਜਿਹਦਾ ਨਾਂ ਅਧੂਰਾ ਲਿਆ ਜਾ ਰਿਹਾ ਉਹ ਕੋਈ ਖਾਸ ਨਹੀਂ। ਸੋ ਸਤਿਗੁਰੂ ਜੀ ਦਾ ਨਾਮ ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੈ ਸਭ ਦੁੱਖ ਜਾਏ। ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਮਾਤਾ ਕ੍ਰਿਸ਼ਨ ਕੌਰ ਜੀ ਦੇ ਘਰ ਕੀਰਤਪੁਰ ਸਾਹਿਬ ਇੰਡੀਆ ਵਿੱਚ ਪ੍ਰਕਾਸ਼ ਹੋਇਆ। ਇਹ ਗੱਲ ਬਹੁਤ ਦਿਲਚਸਪ ਤੇ ਰਿਮਾਰਕੇਬਲ ਹੈ ਕਿ ਪਿਤਾ ਜੀ ਦੇ ਨਾਮ ਤੋਂ ਲਫ਼ਜ਼ ਸ਼ਬਦ ਲਿਆ ਗਿਆ ਹਰ,
ਅਤੇ ਮਾਤਾ ਜੀ ਦੇ ਨਾਂ ਤੋਂ ਸ਼ਬਦ ਲੈ ਗਿਆ ਕ੍ਰਿਸ਼ਨ। ਜਿਹੜੇ ਸਾਡੇ ਦਰਸ਼ਕ ਸੰਸਕ੍ਰਿਤ ਪੜ੍ਹੇ ਹਨ, ਉਹਨਾਂ ਨੂੰ ਪਤਾ ਹੋਏਗਾ ਕਿ ਸੰਸਕ੍ਰਿਤ ਵਿੱਚ ਸੰਧੀ ਸਮਾਸ ਹੁੰਦਾ ਹੈ ਤੇ ਜਾਂ ਫਿਰ ਸੰਧੀ ਛੇਦ ਹੁੰਦਾ ਹੈ। ਦੋ ਸ਼ਬਦਾਂ ਨੂੰ ਅਸੀਂ ਸੰਧੀ ਸਮਾਸ ਕਰ ਲਈਏ, ਹਰ ਪਲੱਸ ਕ੍ਰਿਸ਼ਨ, ਤਾਂ ਇੱਕ ਨਵਾਂ ਨਾਂ ਬਣ ਗਿਆ ਹਰ ਕ੍ਰਿਸ਼ਨ। ਸੋ ਸੰਧੀ ਸਮਾਸ ਕੀਤਾ ਗਿਆ ਦੋ ਸ਼ਬਦਾਂ ਦਾ। ਮਾਤਾ ਪਿਤਾ ਦੇ ਦੋ ਨਾਵਾਂ ਦੇ ਪਹਿਲੇ ਦੋ ਸ਼ਬਦ ਲੈ ਕੇ ਤਾਂ ਇੱਕ ਤੀਸਰਾ ਨਵਾਂ ਨਾਂ ਬਣ ਗਿਆ ਹਰ ਕ੍ਰਿਸ਼ਨ। ਵਾਹ ਜੀ ਵਾਹ, ਮਜ਼ਾ ਆ ਗਿਆ। ਵੌਇਸ ਆਫ ਯਾਰਕਸ਼ਾਇਰ ਸਾਰੇ ਹੀ ਸਿੱਖ ਜਗਤ ਦੇ ਨਾਲ ਮਿਲ ਕੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ 366ਵਾਂ ਪਾਵਨ ਪ੍ਰਕਾਸ਼ ਗੁਰਪੁਰਬ ਮਨਾ ਰਿਹਾ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 7 ਅਕਤੂਬਰ 1661 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੱਦੀ ਤੇ ਬਿਰਾਜਮਾਨ ਹੁੰਦੇ ਹਨ। ਬੇਸ਼ੱਕ ਆਪ ਜੀ ਬਾਲ ਗੁਰੂ ਸਨ, ਪਰ ਗੁਰੂ ਨਾਨਕ ਦੇਵ ਜੀ ਵਾਲੀ ਪੂਰਨ ਜੋਤ ਦੀ ਹਕੀਕਤ, ਆਪਣੇ ਬਚਨਾਂ ਤੇ ਅਟਲ ਰਹਿਣ ਦੀ ਸ਼ਕਤੀ, ਆਪ ਜੀ ਦੇ ਸਮਰੱਥ ਗੁਰੂ ਜੀ ਵਾਲੇ ਨਰਾਲੇ ਚੋਜ, ਇਹ ਸਭ ਕੁਝ ਦੇਖ ਕੇ ਸਭ ਦੀ ਤਸੱਲੀ ਹੋ ਜਾਂਦੀ ਹੈ। शायर कहता है, सच्चाई छुप नहीं सकती बनावट के असूलों से, कि खुशबू आ नहीं सकती कभी कागज के फूलों से। गुरु साहब जी दी सर्व कला समर्थ अजमत देख के सब दा सिर झुक के जमीन नाल लग जाता है। सियाणे कहते हैं कि प्रतख नूं प्रमाण की लोड़ नहीं हुंदी, हथ कंगण नूं आरसी की। यह भी सच है कि चमत्कार नूं ही सारी दुनिया नमस्कार करती है। ਤੁਸੀਂ ਜਾਣਦੇ ਹੀ ਹੋ ਕਿ ਚੜ੍ਹਦੇ ਸੂਰਜ ਨੂੰ ਸਾਰੀ ਦੁਨੀਆ ਸਲਾਮ ਕਰਦੀ ਹੈ। ਜ਼ਰਾ ਗੌਰ ਨਾਲ ਦੇਖੀਏ, ਥੋੜਾ ਜਿਹਾ ਹੋਰ ਡੀਪ ਡਾਊਨ, ਤਾਂ ਇਤਿਹਾਸ ਵਿੱਚ ਧਰੂ ਭਗਤ, ਪ੍ਰਹਿਲਾਦ ਭਗਤ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਮਰ ਵਿੱਚ ਭਾਵੇਂ ਨਿੱਕੇ ਸਨ, ਪਰ ਉਹਨਾਂ ਦੇ ਇਨਕਲਾਬੀ ਕਾਰਨਾਮੇ ਬਹੁਤ 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 ਵੱਡੇ ਸਨ। ਉਹਨਾਂ ਦੀਆਂ ਅਮਲੀ ਕਰਨੀਆਂ ਬੇਮਿਸਾਲ ਹਨ, ਲਾਸਾਨੀ ਹਨ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਅਕਸਰ ਅਸੀਂ ਸੁਣਦੇ ਹਾਂ, ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ। ਇੰਗਲੈਂਡ ਦੇ ਸ਼ਹਿਰ ਲੀਡਸ ਵਿੱਚ ਸਭ ਤੋਂ ਪਹਿਲੀ ਵਾਰ ਸਾਨੂੰ 1987 ਨੂੰ BBC ਰੇਡੀਓ ਲੀਡਸ ਤੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਣ ਦਾ ਸੁਭਾਗ ਨਸੀਬ ਹੋਇਆ। ਸਿੱਖ ਇਤਿਹਾਸ ਕਹਿੰਦਾ ਕਿ GT ਰੋਡ ਤੇ ਦਿੱਲੀ ਨੂੰ ਜਾਂਦਿਆਂ ਰਾਹ ਦੇ ਵਿੱਚ ਜਦੋਂ ਹਜ਼ੂਰ ਦਿੱਲੀ ਜਾ ਰਹੇ ਸਨ, ਤਾਂ ਅੰਬਾਲਾ ਸ਼ਹਿਰ ਸਟੇਸ਼ਨ ਤੋਂ 6 ਮੀਲ ਚੜ੍ਹਦੇ ਪਾਸੇ ਇੱਕ ਪਿੰਡ ਹੈ, ਹੁਣ ਤਾਂ ਸ਼ਹਿਰ ਬਣ ਗਿਆ ਪੰਜੋਖਰਾ ਸਾਹਿਬ। ਪਾਵਨ ਸਥਾਨ ਆਲੀਸ਼ਾਨ ਗੁਰਦੁਆਰਾ ਸਾਹਿਬ ਹੈ ਉੱਥੇ। ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਾਏਦਾਰ ਗੱਲਬਾਤ, ਪਾਵਨ ਅਸਥਾਨ ਗੁਰਦੁਆਰਾ ਸਾਹਿਬ ਜਿੱਥੇ ਹੈ, ਗੁਰੂ ਸਾਹਿਬ ਦੀ ਸੱਚੀ ਸੁੱਚੀ ਮਹਿਮਾ ਸੁਣ ਕੇ ਇੱਕ ਅਭਿਮਾਨੀ ਪੰਡਿਤ ਯਾਨੀ ਵਿਦਵਾਨ ਯਾਨੀ ਸਕਾਲਰ, ਨਾਂ ਸੀ ਉਹਨਾਂ ਦਾ ਸ਼੍ਰੀ ਲਾਲ ਚੰਦ ਜੀ, ਉਹਨਾਂ ਨੇ ਕਿੰਤੂ ਕੀਤਾ ਪਰੰਤੂ ਕੀਤਾ। ਬਾਲ ਗੁਰੂ ਜੀ ਦੀ ਬਾਲ ਉਮਰ ਦੇਖ ਕੇ ਲਾਲ ਚੰਦ ਜੀ ਦਾ ਰੋਮ ਰੋਮ ਸਵਾਲ ਬਣਿਆ ਹੋਇਆ ਸੀ। ਲੋਕ ਕਹਿੰਦੇ ਸਨ ਕਿ ਲਾਲ ਚੰਦ ਹਰੇਕ ਸਭਾ ਦੇ ਵਿੱਚ ਆਪਣੀ ਬੇਬਹਾ ਵਿਦਿਆ ਦਾ ਰੰਗ ਜਮਾ ਲੈਂਦਾ ਸੀ। ਹੋਇਆ ਕਿ ਉਹਨੂੰ ਸ਼ਹਿਰ ਦਾ ਬੱਚਾ ਜਾਣਦਾ ਸੀ, ਜਿਸ ਕਰਕੇ ਉਹਨੂੰ ਥੋੜਾ ਅਭਿਮਾਨ ਹੋ ਗਿਆ, ਹੰਕਾਰ ਹੋ ਗਿਆ। ਤੇ ਕੁਝ ਅਭਿਮਾਨੀ ਜਾਂ ਕਮੰਡੀ ਲੋਕ ਆਪਣੀ ਆਦਤ ਤੋਂ ਮਜਬੂਰ ਹੁੰਦੇ ਹਨ, ਦੂਜਿਆਂ ਨੂੰ ਕੁਝ ਨਹੀਂ ਸਮਝਦੇ। ਤਾਂ ਸਿਆਣੇ ਕਹਿੰਦੇ ਆ ਕਿ ਦਿਲ ਦੀ ਗੱਲ ਜ਼ੁਬਾਨ ਤੇ ਆ ਹੀ ਜਾਂਦੀ ਹੈ। ਪੰਡਿਤ ਲਾਲ ਚੰਦ ਆਪਣੀ ਚੰਚਲ ਜ਼ਬਾਨ ਤੇ ਕਾਬੂ ਨਾ ਰੱਖ ਸਕਿਆ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਇਆ, ਸੰਗਤਾਂ ਦੇ ਵਿੱਚ ਵਿਚਰਿਆ, ਤਾਂ ਫਿਰ ਗੱਲਾਂ ਵਿੱਚ ਉਹਨੇ ਉਹ ਗੱਲ ਕਹਿ ਦਿੱਤੀ, ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਰੱਖ ਸਕਿਆ। ਯੂਨਾਨ ਦੀ ਇੱਕ ਕਹਾਵਤ ਹੈ, ਜ਼ਬਾਨ ਵਿੱਚ ਹੱਡੀ ਨਹੀਂ ਹੁੰਦੀ, ਲੇਕਿਨ ਇਹ ਤੁਹਾਡੀ ਖੋਪੜੀ ਤੁੜਵਾ ਸਕਦੀ ਹੈ। ਉਹੀ ਗੱਲ ਹੋਈ। ਬੜੇ ਗਰੂਰ ਨਾਲ ਮੱਥੇ ਤੇ ਚੂੜੀਆਂ ਪਾ ਕੇ ਉੱਚੀ ਆਵਾਜ਼ ਵਿੱਚ ਸੰਗਤਾਂ ਨੂੰ ਸੁਣਾ ਕੇ ਪੰਡਿਤ ਲਾਲ ਚੰਦ ਨੇ ਕਿਹਾ, ਹਰਕ੍ਰਿਸ਼ਨ ਨਾਂ ਰੱਖਣਾ ਤਾਂ ਬੜਾ ਸੌਖਾ ਹੈ, ਪਰ ਸ੍ਰੀ ਕ੍ਰਿਸ਼ਨ ਵਾਲੇ ਗੁਣ ਕਿੱਥੇ? ਗੀਤਾ ਉਚਾਰਨੀ ਤਾਂ ਇੱਕ ਪਾਸੇ ਰਹੀ, ਸਾਨੂੰ ਗੀਤਾ ਦੇ ਅਰਥ ਹੀ ਸਮਝਾ ਦੇਣ ਤਾਂ ਅਸੀਂ ਗੁਰੂ ਮੰਨੀਏ। ਗੁਰੂ ਸਾਹਿਬ ਜੀ ਦੇ ਸਨਮੁਖ ਪ੍ਰਤੱਖ ਵਿਰੋਧਤਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਗੁਰੂ ਕੇ ਸਿੱਧਕੀ ਸਿੱਖਾਂ ਵਿੱਚ ਇਹ ਅਵਲੜੇ ਬੋਲ, ਇਹ ਵਿਰੋਧੀ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ। ਗੁਰ ਕੀ ਨਿੰਦਾ ਸੁਣੋ ਨਾ ਕਾਨ ਵਾਲੀ ਗੱਲ ਹੋਈ।
ਲੋਕ ਮੂੰਹ ਜੋੜ ਕੇ ਗੱਲਾਂ ਕਰਨ ਲੱਗੇ। ਸਿਆਣੇ ਕਹਿੰਦੇ ਆ ਗੱਲ ਕਹਿੰਦੀ ਆ, ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢਾਂਗੀ। ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਿੰਸੀਪਲ ਸੰਤ ਸਿੰਘ ਜੀ ਸੇਖੋਂ ਕਿਹਾ ਕਰਦੇ ਸਨ, ਇੱਕ ਸਹੇਲੀ ਦੂਜੀ ਨੂੰ ਕਹਿੰਦੀ ਆ, ਨੀ ਭੈਣੇ ਮੈਂ ਤੈਨੂੰ ਇੱਕ ਗੱਲ ਦੱਸਣੀ ਹੈ, ਪਰ ਤੂੰ ਨਾ ਕਿਸੇ ਨੂੰ ਦੱਸੀ। ਬੰਦਾ ਪੁੱਛੇ, ਭਲੀਏ ਲੋਕੇ, ਵੀ ਜੇ ਤੂੰ ਆਪਣੇ ਢਿੱਡ ਵਿੱਚ ਨਹੀਂ ਰੱਖ ਸਕੀ ਤਾਂ ਉਹ ਵਿਚਾਰੀ ਕਿਵੇਂ ਰੱਖੂ। ਖੈਰ, ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਾਸਤੇ ਤਾਂ ਇਸ਼ਾਰਾ ਹੀ ਕਾਫੀ ਸੀ। भाप लेंगे इशारा सरे महफिल जो किया, ताड़ने वाले कयामत की नजर रखते हैं। हजूर ਨੂੰ ਖਬਰਾਂ ਪਹੁੰਚ ਗਈਆਂ। ਹੰਕਾਰ ਲੱਦੇ ਮਨ ਦੇ ਨਾਲ ਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਪੰਡਤ ਲਾਲ ਚੰਦ ਜੀ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਫਰਮਾਇਆ, ਆਦਰਣੀय ਪੰਡਤ ਜੀ, ਰੁੱਤ ਦਾ ਫਲ ਤੇ ਵੇਲੇ ਦੀ ਗੱਲ ਜ਼ਿਆਦਾ ਮਿੱਠੇ ਹੁੰਦੇ ਹਨ। ਪੰਚਮ ਸੁਰ ਵਿੱਚ ਬੋਲਣ ਦੀ ਲੋੜ ਨਹੀਂ। ਇਹ ਸੱਚ ਹੈ ਕਿ ਘੁਮਿਆਰੀ ਆਪਣਾ ਹੀ ਭਾਂਡਾ ਹਮੇਸ਼ਾ ਸਲਾਉਂਦੀ ਹੈ। ਤੁਹਾਡੀ ਨਜ਼ਰ ਵਿੱਚ ਇਸ ਅੰਬਾਲਾ ਸ਼ਹਿਰ ਵਿੱਚ ਜੋ ਸਭ ਤੋਂ ਮੂਰਖ ਹੈ, ਬੇਸਮਝ ਹੈ, ਉਸ ਨੂੰ ਸੱਦ ਲਿਆਓ। ਸਨਮਾਨਿਆਵਰ ਜੀ, ਉਹ ਤੁਹਾਡੇ ਸਾਰੇ ਵਿਕਲਪ ਸੰਦੇਹ ਸ਼ੰਕੇ ਨਿਵਰਤ ਕਰੇਗਾ। ਵਾਹ ਵਾਹ, ਦਾਦੀ ਮਾਂ ਨਿਹਾਲ ਕੌਰ ਕਿਹਾ ਕਰਦੀ ਸੀ, ਅੰਦਰ ਹੋਵੇ ਸੱਚ ਤੇ ਪਰਿਆਂ ਦੇ ਵਿੱਚ ਨੱਚ। ਸੱਚੇ ਬੰਦੇ ਨੂੰ ਕਾਹਦਾ ਡਰ ਹੁੰਦਾ। ਸਿੱਖ ਇਤਿਹਾਸ ਕਹਿੰਦਾ ਕਿ ਪੰਡਤ ਲਾਲ ਚੰਦ ਬੇਹੱਦ ਖੁਸ਼ ਹੋਇਆ, ਕੱਛਾਂ ਵਜਾਉਣ ਲੱਗਾ। ਉਹਨੇ ਕਿਹਾ ਵੀ ਹੁਣ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਦਾ ਮੌਕਾ ਮਿਲ ਗਿਆ ਮੈਨੂੰ। ਉਹ ਕੀ ਸੋਚੇ, ਅੰਨਾ ਕੀ ਭਾਲੇ ਦੋ ਅੱਖੀਆਂ। ਕੀ ਕੀਤਾ ਉਹਨੇ, ਹੰਕਾਰ ਵਸ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਲਈ ਉਹ ਹਵਾ ਵਾਂਗੂ ਗਿਆ ਤੇ ਬੁੱਲੇ ਵਾਂਗ ਵਾਪਸ ਆ ਗਿਆ। ਤੇ ਆਪਣੇ ਨਾਲ ਕਿਹਨੂੰ ਲੈ ਕੇ ਆਇਆ, ਭਾਈ ਛੱਜੂ ਝੀਵਰ ਜੀ ਨੂੰ, ਜੋ ਗੂੰਗਾ ਵੀ ਸੀ ਤੇ ਬੋਲਾ ਵੀ ਸੀ। ਸ਼ਾਇਰ ਕਹਿੰਦਾ ਹੈ, ਦੁਸ਼ਮਣੀ ਜਮ ਕੇ करो लेकिन इतनी गुंजाइश रहे, जब कभी हम दोस्त बन जाएं तो शर्मिंदा ना हो। खैर, सच्चे पातशाह समर्थ गुरु घट घट के अंतर की जानत, भले बुरे की पीर पछानत, मलुकड़ी शक्लो सूरत वाले बाल गुरु श्री गुरु हरकृष्ण साहब जी ने ਲਾਲ ਚੰਦ ਦੀ ਖੋਟੀ ਨੀਅਤ ਨੂੰ ਸਮਝ ਲਿਆ। ਗੁਰੂ ਜੀ ਤਾਂ ਆਪਣੇ ਵਿਰੋਧੀ ਦਾ ਵੀ ਸਨਮਾਨ ਕਰਨ ਵਾਲੇ ਸਨ, ਕਿਉਂਕਿ ਨਿਰਵੈਰ ਸਨ। मखमूर देहलवी लिखता है, मोहब्बत के लिए कुछ खास दिल मखसूस होते हैं, ये वो नगमा है जो हर साज पे गाया नहीं जाता। सारियां दी सोच गुरु साहब वर्गी नहीं हुंदी। हाँ जी भैन जी, आ जाओ। हाँ जी, सब तो पहला आकाश ਸਭ ਤੋਂ ਪਹਿਲਾਂ ਜੀ ਆਪਾਂ ਸਾਰਿਆਂ ਨੂੰ ਗੁਰੂ ਦੀ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਆਪਾਂ ਸਾਰੇ ਰਲ ਮਿਲ ਕੇ ਇਹ ਜੋ ਗੁਰੂ ਦੀਆਂ ਕਹਾਣੀਆਂ ਹੋਰ ਵੀ ਸਿੱਖ ਚੈਨਲ ਨੂੰ ਚੜ੍ਹਦੀ ਕਲਾ ਬਖਸ਼ੇ। ਸੋ ਆਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਾਲ ਨਾਲ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਜਿੱਥੇ ਜਿੱਥੇ ਆਵਾਜ਼ ਪਹੁੰਚਦੀ ਹੈ, ਲੱਖ ਲੱਖ ਵਧਾਈਆਂ ਹੋਣ। ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿੱਥੇ ਸਭ ਦੁੱਖ ਜਾਏ। ਕਹਿੰਦੇ ਹਨ, ਜਦੋਂ ਅਰਦਾਸ ਕਰਦੇ ਹਨ ਸ੍ਰੀ ਹਰਕ੍ਰਿਸ਼ਨ ਤੇ ਆਈਏ, ਜੇ ਹਾਲੇ ਵੀ ਧਿਆਉਣਾ ਨਹੀਂ ਨਾ ਆਇਆ ਤੁਹਾਨੂੰ, ਜਿਸ ਨੇ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਧਿਆਇਆ ਹੈ ਭਾਵਨਾ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਰਸ਼ਨ ਦਿੱਤੇ ਹਨ। ਕਹਿੰਦੇ ਹਨ, ਦਰਸ਼ਨ ਕੀਤਿਆਂ ਹੀ ਦੁੱਖ ਕੱਟੇ ਜਾਂਦੇ ਹਨ। ਕਿਸ ਕਿਸ ਢੰਗ ਨਾਲ ਗੁਰੂ ਜੀ ਦੀ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਗੁਰੂ ਜੀ ਦਾ ਪ੍ਰਸ਼ਾਦ ਮਨੁੱਖ ਦੇ ਉੱਪਰ ਜਦੋਂ ਵਰਤਦਾ ਹੈ ਨਾ, ਸੱਚੇ ਪਿਤਾ ਦਾ ਅੰਮ੍ਰਿਤ ਬਚਨ, ਇਨਸਾਨ ਨੂੰ ਕਹਿੰਦੇ ਹਨ ਕਿ ਪਹਿਲਾਂ ਭਾਵਨਾ ਬਣਾਉਣੀ ਪੈਂਦੀ ਹੈ। ਅੱਖਾਂ ਸ਼ਰਧਾ ਵਿੱਚ ਭਿੱਜੀਆਂ ਹੋਣ, ਕਿਹੜੀਆਂ, ਅੰਦਰਲੀਆਂ ਅੱਖਾਂ ਸ਼ਰਧਾ ਵਿੱਚ, ਅਤੇ ਫਿਰ ਦਰਸ਼ਨ ਹੁੰਦੇ ਹਨ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟਤ ਸੰਗ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵੇ, ਸੁਨ ਕਰ ਬਚਨ ਕਰਮ ਅਗਾਨੈ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਆਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਕਹਿੰਦੇ ਹਨ ਫਿਰ ਕੀ ਹੁੰਦਾ ਹੈ, ਸਤਿਗੁਰ ਆਪਣੀ ਪਵਿੱਤਰ ਦ੍ਰਿਸ਼ਟੀ ਨਾਲ ਕਹਿੰਦੇ ਹਨ, ਇੱਕ ਛਿਨ ਵਿੱਚ ਵੀ ਦੀ ਕਮਾਈ ਵਾਲਿਆਂ ਨੂੰ ਨਾ
ਬ੍ਰਹਮ ਗਿਆਨੀ ਬਣਾ ਦਿੰਦੇ ਹਨ। ਸੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਦਕਾ, ਮਿਹਰ ਦੀ ਲੋੜ ਹੈ, ਵਿਸ਼ਵਾਸ ਭਰੋਸੇ ਦੀ ਲੋੜ ਹੈ। ਕਹਿੰਦੇ ਹਨ ਬਾਲਾ ਪ੍ਰੀਤਮ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼, ਜਿਸ ਤਰ੍ਹਾਂ ਭਾਜੀ ਨੇ ਦੱਸਿਆ ਹੈ, ਸ੍ਰੀ ਗੁਰੂ ਹਰਿਰਾਏ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਵਿਖੇ ਹੋਇਆ ਹੈ। ਉਸ ਸਮੇਂ ਹਕੂਮਤ ਭਾਰਤ ਵਿੱਚ ਔਰੰਗਜ਼ੇਬ ਦੀ ਸੀ, ਜੋ ਇਸਲਾਮ ਜਗਤ ਨੂੰ ਪ੍ਰਫੁੱਲਤ ਕਰਨ ਲਈ ਜੁੜਿਆ ਹੋਇਆ ਸੀ। ਹਿੰਦੂ ਵੀਰਾਂ ਨੂੰ ਤਸੀਹੇ ਦੇ ਦੇ ਕੇ, ਜ਼ੁਲਮ ਕਰ ਕਰਕੇ, ਲਾਲਚ ਦੇ ਕੇ ਕਲਮਾ ਪੜ੍ਹਾਉਂਦੇ ਸਨ। ਅਤੇ ਜੋ ਵੀ ਕਾਜ਼ੀ, ਜੋ ਵੀ ਸੰਤ ਔਰੰਗਜ਼ੇਬ ਦੇ, ਇਹਨਾਂ ਨੇ ਸਾਰਿਆਂ ਨੇ ਗੁਰੂ ਨਾਨਕ ਦੇ ਘਰ ਦੀ ਈਰਖਾ ਬਾਰੇ ਕੰਨ ਭਰਨੇ ਸ਼ੁਰੂ ਕੀਤੇ ਹੋਏ ਸਨ। ਜੋ ਵੀ ਕਹਿੰਦੇ ਉਸ ਵੇਲੇ ਹਿੰਦੂ ਸਨ, ਮੁਸਲਮਾਨ ਸਨ, ਜੋ ਵੀ ਭਾਈਚਾਰਾ ਸੀ, ਸੱਚੇ ਪਿਤਾ ਗੁਰੂ ਜੀ ਨੂੰ ਪੂਜਦੇ ਸਨ, ਸਿਰ ਨਿਭਾਉਂਦੇ ਸਨ। ਸ੍ਰੀ ਗੁਰੂ ਹਰਿਰਾਏ ਜੀ ਨੇ ਕਹਿੰਦੇ ਹਨ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਯੋਗ ਸਮਝ ਕੇ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ। ਉਸ ਵੇਲੇ ਉਹਨਾਂ ਦੀ ਉਮਰ ਸਿਰਫ 5 ਸਾਲ ਤੇ ਕੁਝ ਮਹੀਨਿਆਂ ਦੀ ਸੀ। ਦੂਜੇ ਪਾਸੇ ਧੀਰਮਲ ਗੁਰੂ ਖਵਾਉਂਦਾ ਸੀ ਅਤੇ ਤੀਜੇ ਥਾਂ ਤੇ ਰਾਮ ਰਾਏ ਗੁਰੂ ਬਣ ਕੇ ਬੈਠੇ ਸਨ। ਉਹ ਦਾਅਵਾ ਕਰਦੇ ਸਨ ਕਿ ਅਸਲੀ ਗੁਰੂ ਮੈਂ ਹਾਂ, ਕਹਿੰਦਾ ਸੀ। ਰਾਮ ਰਾਏ ਜਰ ਨਹੀਂ ਸੀ ਸਕਦਾ, ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਤੇ ਬੈਠੇ ਹਨ। ਗੁਰੂ ਘਰ ਨੂੰ ਬਦਨਾਮ ਕਰਨ ਲਈ ਕਈ ਚਾਲਾਂ ਚੱਲੀਆਂ। ਇੱਕ ਦਿਨ ਕਹਿੰਦੇ ਹਨ ਕਿ ਇੱਕ ਕੋੜੀ ਬ੍ਰਾਹਮਣ ਨੂੰ, ਜੋ ਕੀਰਤਪੁਰ ਰਹਿੰਦਾ ਸੀ, ਕੋੜ ਦਾ ਉਸਾ ਰੋਗ ਇੰਨਾ ਸੀ ਕਿ ਉਸਦੇ ਰਿਸ਼ਤੇਦਾਰ, ਭੈਣ ਭਰਾ ਸਾਰੇ ਉਸਦਾ ਸਾਥ ਛੱਡ ਗਏ ਸਨ। ਰਾਮ ਰਾਏ ਜੀ ਤੇ ਸਾਥੀਆਂ ਨੇ ਕੀ ਕੀਤਾ, ਇਹ ਕੋੜੀ ਨੂੰ ਚੁੱਕ ਕੇ ਨਾ ਰਸਤੇ ਤੇ ਲਿਟਾ ਦਿੱਤਾ, ਜਿੱਥੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਲੰਘਣੀ ਸੀ। ਸਿੱਖ ਕਹਿੰਦੇ ਸਨ ਕਿ ਸਾਡਾ ਗੁਰੂ ਅੰਤਰਜਾਮੀ ਹੈ, ਦੁਖੀਆਂ ਦਾ ਦੁੱਖ ਦੂਰ ਕਰਦਾ ਹੈ। ਪਰ ਉਧਰ ਈਰਖਾ ਵਾਲੇ ਕਹਿੰਦੇ ਸਨ, ਦੇਖਾਂਗੇ ਤੁਹਾਡੇ ਗੁਰੂ ਕੋਲ ਕੀ ਸ਼ਕਤੀ ਹੈ, ਕਿਵੇਂ ਕੋੜੀ ਦਾ ਉਧਾਰ ਕਰਦੇ ਹਨ। ਇੱਧਰ ਕੋੜੀ ਦੀ ਹਾਲਤ ਬੜੀ ਤਰਸ ਵਾਲੀ ਸੀ। ਉਸਦੇ ਗਲੇ ਹੋਏ ਸਰੀਰ ਵਿੱਚੋਂ ਪਾਕ ਲਹੂ ਸਿਮਦਾ ਸੀ। ਉਹ ਭੂਬਾਂ ਮਾਰ ਮਾਰ ਕੇ, ਰੋ ਰੋ ਕੇ ਕਹਿ ਰਿਹਾ ਸੀ ਅਤੇ ਕਹਿੰਦਾ ਸੀ, ਮੇਰੇ ਸਾਹਿਬਾ, ਮੈਂ ਸੁਣਿਆ ਹੈ ਕਿ ਜੋ ਤੇਰੇ ਦੀਦਾਰ ਕਰ ਲਵੇ ਉਸ ਦਾ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ। ਤੁਸੀਂ ਦਿਲ ਦੀ ਜਾਣਦੇ ਹੋ। ਸ੍ਰੀ ਹਰਿਕ੍ਰਿਸ਼ਨ ਤੇ ਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਆਪਾਂ ਸਾਰੇ ਰਲ ਕੇ ਫੇਰ ਅਖਵਾਈਏ, ਸ੍ਰੀ ਹਰਿਕ੍ਰਿਸ਼ਨ ਤੇ ਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਮੇਰੀ ਕੋਈ ਵੀ ਪੁਕਾਰ ਨਹੀਂ ਸੁਣਦਾ, ਇੱਕ ਵਾਰੀ ਮੈਨੂੰ ਆ ਕੇ ਆਪਣੇ ਦੀਦਾਰ ਬਖਸ਼ੋ। ਕੋੜੀ ਦੀ ਪੁਕਾਰ ਸੁਣੀ ਨਹੀਂ ਸੀ ਜਾਂਦੀ। ਆਲੇ ਦੁਆਲੇ ਲੋਕ ਖੜੇ ਤਰਸ ਕਰ ਰਹੇ ਸਨ। ਇੰਨੇ ਨੂੰ ਕੀ ਹੋਇਆ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਉਸ ਰਸਤੇ ਤੇ ਆ ਰਹੀ ਸੀ। ਜਦੋਂ ਕੋੜੀ ਦੇ ਕੋਲ ਪਹੁੰਚੇ ਨਾ, ਤੇ ਗੁਰੂ ਜੀ ਨੇ ਪਾਲਕੀ ਰੋਕ ਲਈ ਅਤੇ ਬਾਹਰ ਆਏ ਪਾਲਕੀ ਚੋਂ ਆਪਣੀ ਪਿਆਰ ਦੀ ਦ੍ਰਿਸ਼ਟੀ ਉਸ ਕੋੜੀ ਤੇ ਪਾਈ ਅਤੇ ਆਪਣੇ ਸੁਣਿਆ ਕਿ ਜੇਬੇ ਵਿੱਚੋਂ ਰੁਮਾਲ ਕੱਢਿਆ ਅਤੇ ਕੋੜੀ ਦੇ ਜ਼ਖਮਾਂ ਉੱਤੇ ਐਸਾ ਮਿਹਰਾਂ ਨਾਲ ਫੇਰਿਆ, ਜਿੱਥੇ ਜਿੱਥੇ ਕੋੜੀ ਦੇ ਰੁਮਾਲ ਲੱਗਦਾ ਸੀ ਨਾ, ਉਸ ਦਾ ਸਰੀਰ ਕੰਚਨ ਵਰਗਾ ਹੋ ਗਿਆ, ਕੋੜ ਦੂਰ ਹੋ ਗਿਆ। ਇਸ ਤਰ੍ਹਾਂ ਬਾਲ ਅਵਸਥਾ ਵਿੱਚ ਗੁਰੂ ਜੀ ਦੇ ਸਾਬਤ ਕਰ ਦਿੱਤਾ ਕਿ ਗੁਰੂ ਸਰੀਰ ਨਹੀਂ, ਗੁਰੂ ਜੋਤ ਸਰੂਪ ਹੈ। ਗੁਰੂ ਸਰੀਰ ਨਹੀਂ, ਗੁਰੂ ਜੋਤ ਸਰੂਪ ਹੈ। ਸੋ ਇਸ ਕਰਕੇ ਉਮਰ ਵਿੱਚ ਹੋਵੇ ਭਾਵੇਂ ਜਵਾਨੀ, ਬੁਢੇਪੇ 'ਚ, ਪਰ ਉਸ ਸਤਿਗੁਰ ਦਾ ਸਰੂਪ ਹੈ। ਇਹ ਦੇਖ ਕੇ ਈਰਖਾ ਵਾਲੇ ਸਾਰੇ ਜਲ ਬਲ ਗਏ, ਦੌੜ ਗਏ ਅਤੇ ਗੁਰੂ ਜੀ ਦੀ ਜੈ ਜੈਕਾਰ ਹੋਈ। ਰਾਮ ਰਾਏ ਨੇ ਬਰਦਾਸ਼ਤ ਨਾ ਕਰ ਸਕਿਆ ਅਤੇ ਦਿੱਲੀ ਔਰੰਗਜ਼ੇਬ ਕੋਲ ਚਲਾ ਗਿਆ। ਕਹਿੰਦੇ ਹਨ ਕਿ ਰਾਮ ਰਾਏ ਨੇ ਦਿੱਲੀ ਜਾ ਕੇ ਬੜੀਆਂ ਕਰਾਮਾਤਾਂ ਦਿਖਾਈਆਂ ਸਾਰਿਆਂ ਨੂੰ, ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ। ਅਤੇ ਉਸਨੇ ਕੀ ਕਿਹਾ ਕਿ ਆਪਣੀ ਗੁਰਬਾਣੀ ਜਿਹੜੀ ਆਸਾ ਦੀ ਵਾਰ ਵਿੱਚ, ਉਸ ਵਿੱਚ ਵੀ ਉਸਨੇ ਅਰਥ ਬਦਲ ਦਿੱਤੇ। ਜਿਸ ਤਰ੍ਹਾਂ ਮਿੱਟੀ ਮੁਸਲਮਾਨ ਕੀ, ਪੇੜੇ ਪਈ ਕੁਮਿਆਰ ਨੂੰ ਬਦਲ ਕੇ ਉਸਨੇ ਕੀਤਾ ਮਿੱਟੀ ਬੇਈਮਾਨ ਕੀ, ਇਸ ਤਰ੍ਹਾਂ ਬਦਲ ਦਿੱਤਾ। ਤੇ ਇਸ ਤੋਂ ਬਾਅਦ ਜਦੋਂ ਪਿਤਾ ਗੁਰੂ ਹਰਿਰਾਏ ਪਿਤਾ ਜੀ ਨੂੰ ਪਤਾ ਲੱਗਿਆ, ਇਹ ਰਾਮ ਰਾਏ ਨੇ ਕਿਹਾ ਕਿ ਅੱਜ ਤੋਂ ਮੇਰੇ ਮੱਥੇ ਨਹੀਂ ਲੱਗਣਾ। ਅੱਜ ਤੋਂ ਉਹਨਾਂ ਨੇ ਉਸਨੂੰ ਆਪਣੇ ਬੁਲਾਇਆ ਤੱਕ ਨਹੀਂ, ਉਹਦੇ ਵੱਲ ਦੇਖਿਆ ਤੱਕ ਨਹੀਂ। ਸੋ ਇਸ ਤਰ੍ਹਾਂ ਕਹਿੰਦੇ ਹਨ ਕਿ ਸੱਚੇ ਪਿਤਾ ਨੇ ਸ੍ਰੀ ਹਰਿਕ੍ਰਿਸ਼ਨ ਤੇ ਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਹਾਂਜੀ ਭਾਜੀ, ਅੱਗੇ ਆਪਾਂ ਫਿਰ ਹੋਰ ਸਾਖੀ ਕਰਾਂਗੇ। ਆ ਜਾਓ ਜੀ ਭਾਜੀ। ਵਾਹ ਜੀ ਵਾਹ।
ਵਾਹ ਜੀ ਵਾਹ। ਮੈਂ ਕਹਿ ਰਿਹਾ ਸੀ ਕਿ ਪੰਡਤ ਲਾਲ ਚੰਦ ਛੱਜੂ ਚੀਵਰ ਜੀ ਨੂੰ ਲੈ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਗਿਆ। ਹੁਣ ਸਾਰੀਆਂ ਸੰਗਤਾਂ ਦੇ ਵਿੱਚ ਸੰਨਾਟਾ ਸੀ। ਸੂਈ ਵੀ ਜ਼ਮੀਨ ਤੇ ਡਿਗੇ ਤਾਂ ਖੜਕਾ ਸੁਣ ਜਾਵੇ। ਫਿਰ ਕੀ ਹੋਇਆ? ਦੇਖ ਭਾਈ ਬਾਲਿਆ ਰੰਗ ਕਰਤਾਰ ਦੇ ਬੇਸ਼ੁਮਾਰ ਸੰਗਤਾਂ ਦੀ ਹਾਜ਼ਰੀ ਵਿੱਚ ਭਰੇ ਦਰਬਾਰ ਵਿੱਚ ਗੁਲਾਬ ਦੇ ਫੁੱਲ ਵਾਂਗ ਟਹਿਕਦਾ ਚਿਹਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਭਾਈ ਛੱਜੂ ਜੀ ਦੇ ਸਿਰ ਤੇ ਆਪਣੀ ਛੜੀ, ਆਪਣੀ ਖੂੰਡੀ ਰੱਖ ਕੇ ਅਜਿਹਾ ਵਿਦਿਆ ਦਾ ਬਲ ਬਖਸ਼ਿਆ, ਐਸੀ ਮਿਹਰਾਮਤ ਕੀਤੀ, ਇਉਂ ਕਹਿਣਾ ਮੈਨੂੰ ਸੋਹਣਾ ਲੱਗਦਾ ਹੈ ਕਿ ਨਜ਼ਰੇ ਰਹਿਮਤ ਕੀਤੀ ਕਿ ਪੰਡਤ ਲਾਲ ਚੰਦ ਜੀ ਦੇ 10 ਸਵਾਲਾਂ ਦੇ 20 ਜਵਾਬ ਦੇ ਕੇ ਭਾਈ ਛੱਜੂ ਚੀਵਰ ਜੀ ਨੇ ਉਹਦੀ ਭਰਪੂਰ ਤਸੱਲੀ ਕਰਵਾ ਦਿੱਤੀ, ਯਾਨੀ ਐਨ ਤਹਿ ਲਾ ਦਿੱਤੀ। ਨਿਰੁੱਤਰ ਹੋ ਗਿਆ, ਲਾਜਵਾਬ ਹੋ ਗਿਆ। ਸਸਤਾ ਤਮਾਸ਼ਾ ਦੇਖਣ ਆਈ ਲੋਕਾਈ ਇਹ ਰੂਬਾਨੀ ਤੇ ਰੂਹਾਨੀ ਕੌਤਕ ਦੇਖ ਕੇ ਹੈਰਾਨ ਹੋ ਗਈ, ਗੁਰੂ ਜੀ ਤੋਂ ਕੁਰਬਾਨ ਹੋ ਗਈ। ਸਾਰਿਆਂ ਪਾਸੋਂ ਤੋਂ ਆਵਾਜ਼ਾਂ ਆਈਆਂ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਫਿਰ ਪੰਡਤ ਲਾਲ ਚੰਦ ਨੂੰ ਸਮਝ ਨਾ ਆਵੇ ਕਿ ਹੁਣ ਮੈਂ ਕਰਾਂ ਤੇ ਕੀ ਕਰਾਂ। ਸ਼ਰਮਿੰਦਗੀ ਨਾਲ ਓਤ-ਪੋਤ ਉਹਦਾ ਦਿਲ ਕਰੇ ਕਿ ਜ਼ਮੀਨ ਫਟ ਜਾਵੇ ਤੇ ਮੈਂ ਉਹਦੇ ਵਿੱਚ ਗਰਕ ਹੋ ਜਾਵਾਂ। ਉਹ ਕਿਤੇ 4 ਬੰਦਿਆਂ 'ਚ ਬਹਿਣ ਜੋਗਾ ਨਾ ਰਿਹਾ। ਸ਼ਾਇਰ ਕਹਿੰਦਾ ਹੈ, ਉਤਰਨੇ उतरने में फर्क है बस इतना, कोई दिल में उतर जाता है कोई दिल से उतर जाता है। ਹੁਣ ਇੱਕੋ ਇੱਕ ਰਸਤਾ ਸੀ, ਉਹ ਸ਼ਰਮਸਾਰ ਹੋ ਕੇ, ਨਿਰਉੱਤਰ ਹੋ ਕੇ, ਨਿਰਅਭਿਮਾਨ ਹੋ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪੈਰੀਂ ਪੈ ਗਿਆ, ਚਰਨਾਂ ਤੇ ਕੱਚੀ ਕੰਧ ਵਾਂਗ ਢਹਿ ਪਿਆ ਤੇ ਕਹਿਣ ਲੱਗਾ, ਹਜ਼ੂਰ ਗਲਤੀ ਮਾਫ ਕਰੋ, ਸਤਿਗੁਰ ਜੀ ਖਿਮਾ ਬਖਸ਼ਿਸ਼ ਕਰੋ, ਜਿਹੋ ਜਿਹਾ ਸੁਣਿਆ ਸੀ ਅੱਜ ਤੁਹਾਨੂੰ ਉਹੋ ਜਿਹਾ ਦੇਖ ਲਿਆ। ਗੁਰੂ ਜੀ ਨੇ ਪੰਡਤ ਲਾਲ ਚੰਦ ਜੀ ਨੂੰ ਬਾਹੋਂ ਫੜ ਕੇ ਉਠਾਇਆ ਤੇ ਹੱਸ ਕੇ ਕਹਿਣ ਲੱਗੇ, ਕੋਈ ਗੱਲ ਨਹੀਂ ਲਾਲ ਚੰਦ, ਸਵੇਰ ਦਾ ਭੁੱਲਿਆ ਸ਼ਾਮੀ ਘਰ ਆ ਜਾਵੇ ਤਾਂ ਭੁੱਲਿਆ ਨਹੀਂ ਕਹੀਦਾ, ਹਾਲੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਯਾਨੀ ਸਰਤਾਜ ਕਵੀ ਲਿਖਦੇ ਹਨ, ਪੰਡਤ ਲਾਲ ਚੰਦ ਜੀ ਸਤਿਗੁਰੂ ਜੀ ਦੀ ਮਿਹਰ ਸਦਕਾ ਪਰਮਾਰਥ ਦਾ ਗਿਆਨੀ ਹੋ ਗਿਆ। ਉਸ ਦਿਨ ਤੋਂ ਉਹਦੀ ਨਵੀਂ ਜ਼ਿੰਦਗੀ ਸ਼ੁਰੂ ਹੋਈ ਤੇ ਬਾਅਦ ਵਿੱਚ ਉਹ ਅੰਮ੍ਰਿਤ ਛਕ ਕੇ ਭਾਈ ਲਾਲ ਸਿੰਘ ਜੀ ਬਣਿਆ। 7000 ਜ਼ਖਮੀ ਰੁਬਾਈਆਂ ਨਾਂ ਦੀ ਕਿਤਾਬ ਵਿੱਚੋਂ ਇੱਕ ਰੁਬਾਈ ਪੇਸ਼ ਕਰਦਾ ਹਾਂ। ਹਾਸਾ ਠੱਠਾ ਕੀਤਾ ਲਾਲ ਚੰਦ, ਹੋਛਾ ਬੇਅਦਬ ਕਪਟੀ ਹੰਕਾਰੀ, ਮੰਨੀਏ ਜਗੀਤਾ ਦੇ ਅਰਸ ਸੁਣਾਉਣ, ਰੱਬੀ ਯਾਦ ਦਿਲੋਂ ਵਿਸਾਰੀ, ਛੱਜੂ ਝੀਵਰ ਨੇ ਮਾਣ ਤੋੜਿਆ, ਸ਼ਰਮਸਾਰੀ ਬਣ ਗਈ ਬਹੁ ਭਾਰੀ, ਲਾਜਵਾਬ ਫਿਰ ਹੋਇਆ ਜ਼ਖਮੀ, ਕਹਿੰਦਾ ਬਖਸ਼ੋ ਸਦ ਬਲਿਹਾਰੀ। ਦੂਜੇ ਪਾਸੇ ਗਰੀਬ ਨਵਾਜ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਭਾਈ ਛੱਜੂ ਜੀ ਨੂੰ ਬੇਅੰਤ ਬਖਸ਼ਿਸ਼ਾਂ ਕਰਕੇ ਜਗਨਨਾਥਪੁਰੀ ਉੜੀਸਾ ਵਿੱਚ ਸਿੱਖੀ ਦੇ ਪ੍ਰਚਾਰ ਵਾਸਤੇ ਭੇਜਿਆ। ਅਗਲੀ ਇਤਿਹਾਸਕ ਗੱਲ ਬਹੁਤ ਹੀ ਅਨੋਖੀ ਹੈ, ਅਨੂਪਮ ਹੈ, ਦਿਲਚਸਪ ਹੈ, ਸਵਾਦਲੀ ਹੈ, ਮਜ਼ੇਦਾਰ ਹੈ। ਜਰਾ ਧਿਆਨ ਨਾਲ ਸੁਣਨਾ। ਗਿਆਨੀ ਠਾਕਰ ਸਿੰਘ ਜੀ ਆਪਣੀ ਮਨਮੋਹਣੀ ਕਿਤਾਬ ਸ੍ਰੀ ਗੁਰਦੁਆਰਾ ਦਰਸ਼ਨ ਵਿੱਚ ਲਿਖਦੇ ਹਨ, ਇਸੇ ਭਾਈ ਛੱਜੂ ਜੀ ਦੀ ਖਾਨਦਾਨ ਵਿੱਚੋਂ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਸਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ 5 ਪਿਆਰਿਆਂ ਵਿੱਚੋਂ ਇੱਕ ਸਨ। ਬਾਈ ਵਾਹ, ਬਾਈ ਵਾਹ। ਗੁਰੂ ਦੀ ਬਖਸ਼ਿਸ਼ ਕਿੱਥੋਂ ਤੱਕ ਜਾਂਦੀ ਹੈ, ਪੁਸ਼ਤਾਂ ਤੱਕ ਜਾਂਦੀ ਹੈ, ਖਾਨਦਾਨਾਂ ਤੱਕ ਜਾਂਦੀ ਹੈ, ਕਿੰਨੀਆਂ ਕੁੱਲਾਂ ਤੱਕ ਜਾਂਦੀ ਹੈ, ਇਹਦਾ ਅੰਦਾਜ਼ਾ ਅਸੀਂ ਅੰਡਰ ਐਸਟੀਮੇਟ ਨਹੀਂ ਕਰ ਸਕਦੇ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਵਡਿਆਈ ਸ਼ਬਦਾਂ ਦੀ ਮੁਹਤਾਜ ਨਹੀਂ। ਥੋੜੀ ਜਿਹੀ ਗੱਲ ਸ਼ਾਇਰੀ ਵਿੱਚ ਹੋ ਜਾਏ, ਗੁਰੂ ਨਾਨਕ ਦੀ ਗੱਦੀ ਦੀ ਅਜ਼ਮਤ, ਬਰਕਤ 4 ਚੁਫੇਰੇ, ਪਸਰੀ ਜਿਵੇਂ ਕਿਰਨ ਸੂਰਜ ਦੀ ਅੰਦਰ ਘੁੱਪ ਹਨੇਰੇ, ਰੌਸ਼ਨ ਹੋਈਆਂ ਵਾਟਾਂ ਸਭੇ ਸੁੱਖਾਂ ਦੇ ਰਾਹ ਚਮਕੇ, ਹਰੀ ਅੰਗੂਰੀ ਨਾਮ ਬਾਣੀ ਦੀ ਹਰ ਪਾਸੇ ਪਈ ਦਮਕੇ, ਭੁੱਲਿਆਂ ਨੂੰ ਰਾਹ ਪਾਵਣ ਦੇ ਲਈ ਫਰਿਸ਼ਤਾ ਬਣ ਕੇ ਆਏ, ਸ੍ਰੀ ਹਰਿਕ੍ਰਿਸ਼ਨ ਧਿਆਈਆ,
जिस डिठे सब दुख जाए। ब्रह्म ज्ञानी मुक्त भौ तो कदम कदम मुस्काए। श्री हर कृष्ण त्याइया जिस डिठा सब दुख जाए। लाल चंद हंकारी पंडित ਗਿਆਨਵਾਨ ਅਗਿਆਨੀ ਪਾਵਨ ਦੇ ਲਈ ਅੰਤ ਗੁਰਾਂ ਦਾ ਆਇਆ ਬਣ ਤੋ ਗਿਆਨੀ। ਬੰਦਗੀ ਦੀਆਂ ਬਰਕਤਾਂ ਵਾਲੇ ਜਦ ਗੁਰਾਂ ਨੇ ਰੰਗ ਦਿਖਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿਠਾ ਸਭ ਦੁੱਖ ਜਾਏ। ਪਰ ਜਦ ਗੂੰਗੇ ਛੱਜੂ ਝੀਵਰ ਗੀਤਾ ਗਿਆਨ ਸੁਣਾਇਆ। ਚਰਨਾ ਉੱਤੇ ਢਹਿ ਕੇ ਪੰਡਤ ਆਪਣਾ ਗੁਨਾਹ ਬਖਸ਼ਾਇਆ। ਸ਼ਰਨ ਆਏ ਨੂੰ ਹਿੱਕ ਨਾਲ ਲਾ ਕੇ ਸੱਚਾ ਸਿੱਖ ਬਣਾਇਆ। ਸੱਚ ਦੇ ਰਾਹ ਤੇ ਤੁਰਨਾ ਦੱਸਿਆ ਦਿਲੋਂ ਗੁਮਾਨ ਗਵਾਇਆ। ਤਾਂ ਹੀ ਸਿੱਖ ਚੈਨਲ ਦੀਆਂ ਸੰਗਤਾਂ ਗੁਰਪੁਰਬ ਅੱਜ ਮਨਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁੱਖ ਜਾਏ। ਡਾਕਟਰ ਗੁਰਚਰਨ ਸਿੰਘ ਚਾਨਾ ਜੀ ਨੇ ਲੀਡਸ ਤੋਂ ਫੀਡਬੈਕ ਭੇਜਿਆ ਹੈ। ਰਿਟਨ ਮੈਸੇਜ ਕਹਿੰਦੇ ਹਨ, ਜ਼ਖਮੀ ਸਾਹਿਬ ਗੁਰਫਤਿਹ। ਵੌਇਸ ਆਫ ਯਾਰਕਸ਼ਾਇਰ ਖਰਾ ਸੋਨਾ ਹੈ ਤੇ ਤੁਹਾਡੀ ਸ਼ਾਇਰੀ ਸੋਨੇ ਤੇ ਸੁਹਾਗਾ। ਤੇ ਅਗਾਂਹ ਕੁਝ ਹੋਰ ਵੀ ਲਿਖਿਆ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹਾਂ। ਲਿਖਦੇ ਹਨ, I'm sending some references for your show Voice of Yorkshire. I hope you like them. Have you read these lines of Western geniuses? Number 1, Leo Tolstoy, Russian writer. Islam and Sikhs will one day rule this world because it's a mixture of knowledge and wisdom. Number 2, Herbert Wells. How many generations are going to face atrocities yani Bajrpaap and murders until Sikhism is well understood. But the world will one day be inspired by Sikhism. Only on that day will the world become a place for humans to settle and live. Number 3, Albert Einstein. He, does what the Jews cannot do. He did it with knowledge and energy. But only Sikhism has the power to lead to peace. Number 4, Hostin Smith. Sikhism is not more trusting than we have in ourselves. If we can turn our thoughts and hearts towards Sikhism, it will benefit us. Number 5, Bernd Rochelle. I read about Sikhism. I feel that this is a religion to mankind all over the world. Sikhism spread throughout Europe. Many scholars studying will appear in Europe. One day, the situation will develop where only Sikhs will lead the world. Thank you. ਹਾਂਜੀ ਭੈਣ ਜੀ। ਜੀ ਭਾਜੀ, ਜਿਸ ਤਰ੍ਹਾਂ ਭਾਜੀ ਨੇ ਛੱਜੂ ਝੀਰ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਸਨੇ ਪਾਠ ਕਰੀ ਜਾਂਦਾ ਹੈ ਅਤੇ ਇੱਕ ਇੱਕ ਅੱਖਰ ਦੇ ਕਈ ਅਰਥ ਸੁਣਾਈ ਜਾਂਦਾ ਹੈ। ਕਹਿੰਦਾ ਹੈ, ਤੁਸੀਂ ਸੱਚਮੁੱਚ ਹੀ ਪਰਮੇਸ਼ਰ ਹੋ। ਸੋ ਇਸ ਤਰ੍ਹਾਂ ਕਰਦੇ ਕਰਦੇ ਸੱਚੇ ਪਿਤਾ ਪੰਜੋਖੜੇ ਤੋਂ ਫਿਰ ਦਿੱਲੀ ਵੱਲ ਚੱਲਦੇ ਹਨ। ਜਦੋਂ ਦਿੱਲੀ ਪਹੁੰਚਦੇ ਹਨ ਤਾਂ ਰਾਜਾ ਜੈ ਸਿੰਘ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਆਪਣੇ ਇੱਕ ਬੰਗਲੇ ਵਿੱਚ ਉਤਾਰਾ ਕੀਤਾ। ਔਰੰਗਜ਼ੇਬ ਨੂੰ ਵੀ ਕਹਿੰਦੇ ਖਬਰ ਹੋ ਗਈ ਕਿ ਗੁਰੂ ਜੀ ਸੰਗਤਾਂ ਦੇ ਪ੍ਰੇਮ ਕਰਕੇ ਇੱਥੇ ਆਏ ਹਨ, ਪਰ ਤੁਹਾਨੂੰ ਦਰਸ਼ਨ ਨਹੀਂ ਦੇਣਗੇ। ਪਰ ਬਾਦਸ਼ਾਹ ਨੇ ਕਿਹਾ ਸੀ ਕਿ ਪ੍ਰੀਖਿਆ ਇਹਨਾਂ ਦੀ ਕਰਨੀ ਪੈਣੀ ਹੈ ਅਤੇ ਰਾਜੇ ਨੇ ਵੀ ਇਹ ਗੱਲ ਆਪਣੀ ਜਦੋਂ ਰਾਣੀ ਨੂੰ ਦੱਸੀ ਤਾਂ ਰਾਣੀ ਨੇ ਵੀ ਸੋਚਿਆ ਕਿ ਮੇਰੇ ਦਿਲ ਵਿੱਚ ਵੀ ਖਿਆਲ ਆਉਂਦਾ ਹੈ ਕਿ ਇੰਨੀ ਛੋਟੀ ਉਮਰ ਵਿੱਚ ਗੁਰੂ ਕਿਸ ਤਰ੍ਹਾਂ ਬਣ ਸਕਦੇ ਹਨ। ਪਰਖ ਕਰਨੀ ਚਾਹੀਦੀ ਹੈ। ਕਹਿੰਦੇ ਨੇ ਕਿ ਗੁਰੂ ਜੀ ਜਾਣੀ ਜਾਣ ਹਨ। ਤਾਂ ਮੈਨੂੰ ਕਹਿੰਦੀ ਕਿ ਰਾਣੀ ਕਹਿ ਕੇ ਮੇਰੀ ਗੋਦ ਵਿੱਚ ਆ ਕੇ ਰਾਣੀ ਕਹਿ ਕੇ ਮੇਰੀ ਗੋਦ 'ਚ ਬੈਠ, ਪ੍ਰੀਖਿਆ ਲੈਣੀ ਹੈ। ਰਾਣੀ ਨੇ ਗੋਲੀਆਂ ਵਾਲੇ ਕੱਪੜੇ ਪਾ ਲਏ ਅਤੇ ਕਈ ਗੋਲੀਆਂ ਦੇ ਰਾਣੀ ਦੇ ਕੱਪੜੇ ਪਾ ਦਿੱਤੇ। ਗੁਰੂ ਜੀ ਜਦੋਂ ਆਏ ਤੇ ਪਲੰਘ ਉੱਤੇ ਬੈਠੀ ਗੋਲੀ ਜੋ ਰਾਣੀ ਦੇ ਰੂਪ ਵਿੱਚ ਬੈਠੀ ਸੀ, ਹੱਥ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋ ਛੜੀ ਜੋ ਛੋਟੀ ਹੁੰਦੀ ਸੀ ਨਾ, ਕਹਿੰਦੇ ਹਨ ਕਿ ਪਲੰਘ ਤੇ ਬੈਠੀ ਰਾਣੀ ਦੇ ਸਿਰ ਉੱਤੇ ਰੱਖ ਕੇ ਕਿਹਾ
ਇਹ ਰਾਣੀ ਨਹੀਂ। ਹੋਰ ਕਿੰਨੀਆਂ ਗੋਲੀਆਂ ਸਨ ਜਿਹੜੀਆਂ ਰਾਣੀ ਦਾ ਪਹਿਰਾਵਾ ਪਾ ਕੇ ਰਾਣੀਆਂ ਬਣ ਕੇ ਬੈਠੀਆਂ ਸਨ। ਸਾਰਿਆਂ ਕਿੰਨਿਆਂ ਦੇ ਸਿਰਾਂ ਤੇ ਸੋਟੀ ਰੱਖ ਕੇ ਕਿਹਾ ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਪਰ ਜਦੋਂ ਅਸਲੀ ਰਾਣੀ ਕੋਲ ਪਹੁੰਚੇ, ਜਿਸ ਨੇ ਗੋਲੀਆਂ ਵਾਲੇ ਕੱਪੜੇ ਪਾਏ ਹੋਏ ਸਨ, ਬੈਠੀ ਸੀ, ਸੋਟੀ ਸਿਰ ਤੇ ਰੱਖੀ ਤਾਂ ਕਹਿਣ ਲੱਗੇ ਇਹ ਹੈ ਰਾਣੀ, ਅਤੇ ਫਿਰ ਗੋਦੀ ਵਿੱਚ ਬੈਠ ਗਏ। ਰਾਣੀ ਦੇ ਅੱਖਾਂ ਵਿੱਚ ਸ਼ਰਧਾ ਦੇ ਅਥਰੂ ਆ ਗਏ। ਅਥਰੂ ਏਦਾਂ ਵਹਿਣ ਲੱਗ ਗਏ ਅਤੇ ਗੁਰੂ ਜੀ ਨੂੰ ਸਿੰਘਾਸਨ ਤੇ ਬਿਠਾਇਆ, ਚਰਨ ਧੋਤੇ, ਹੋਈ ਭੁੱਲ ਦੀ ਮਾਫੀ ਮੰਗੀ। ਗੁਰੂ ਜੀ ਨੇ ਫਰਮਾਇਆ ਕਿ ਕਦੀ ਗੁਰੂ ਦੀ ਪ੍ਰੀਖਿਆ ਨਹੀਂ ਕਰਨੀ ਚਾਹੀਦੀ। ਤੁਹਾਡੇ ਕਹਿੰਦਾ ਚੰਗੇ ਭਾਗ ਹਨ, ਗੁਰੂ ਜੀ ਕਹਿੰਦੇ ਤੁਹਾਡੇ ਚੰਗੇ ਭਾਗ ਹਨ ਜਿਹੜਾ ਤੁਸੀਂ ਪਟਰਾਣੀ ਬਣ ਕੇ ਬੈਠੇ ਹੋ। ਪਰ ਸਭ ਭਰਮਾਂ ਭੁਲੇਖੇ ਆਦਿ ਛੱਡ ਕੇ ਨਾ ਭਲੇ ਕੰਮ ਕਰੋ। ਇਹ ਗੁਰੂ ਜੀ ਦਾ ਉਪਦੇਸ਼ ਰਾਣੀ ਨੂੰ ਨਹੀਂ, ਇਹ ਸਾਰੀ ਸੰਗਤ ਨੂੰ, ਸਾਨੂੰ ਆਪਾਂ ਸਾਰਿਆਂ ਨੂੰ ਹੈ ਕਿ ਭਰਮ ਭੁਲੇਖੇ ਛੱਡ ਕੇ ਭਲੇ ਕੰਮ ਕਰੋ ਅਤੇ ਆਪਣਾ ਅੱਗਾ ਸਵਾਰੋ। ਦੈਟ ਮੀਨਸ ਅੱਗਾ ਸਵਾਰਨ ਦਾ ਕੀ ਮਤਲਬ ਹੈ? ਜੋ ਇਹ ਜੀਵਨ ਸਾਨੂੰ ਮਿਲਿਆ ਹੈ, ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ, ਗੁਰੂ ਨੂੰ ਮਿਲਾਪ ਕਰਨ, ਗੁਰੂ ਦਾ ਦਰਸ਼ਨ ਕਰਨ। ਸੋ ਐਸਾ ਕਹਿੰਦੇ ਹਨ ਕਿ ਬਾਲ ਗੁਰੂ ਗੁਰਗੱਦੀ ਤੇ ਬੈਠ ਕੇ ਤੇ ਦੈਵੀ ਚਾਨਣ ਦੀ ਬਖਸ਼ਿਸ਼ ਅਗਵਾਹੀ ਸੋਹਣੀ। ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ, ਇਸ ਬਾਲਕ ਦੇ ਰੂਪ ਵਿੱਚ ਆਈ ਸੋਹਣੀ। ਦੈਵੀ ਸ਼ਕਤੀਆਂ ਸਦਕਾ ਹੀ ਪਾਤਸ਼ਾਹ ਨੇ ਜ਼ਿੰਮੇਵਾਰੀ ਸੀ ਤੋੜ ਨਿਭਾਈ ਸੋਹਣੀ। ਜਿਸ ਡਿੱਠੇ ਸਭ ਦੁੱਖ ਜਾਏ ਲਿਖ ਕੇ, ਦਸਮ ਪਿਤਾ ਨੇ ਕੀਤੀ ਵਡਿਆਈ ਸੋਹਣੀ। ਸਦਾ ਆਇਆ ਸੀ ਜਦੋਂ ਫਿਰ ਬਾਦਸ਼ਾਹ ਦਾ, ਗੁਰਾਂ ਜਾਣ ਤੋਂ ਕੀਤਾ ਇਨਕਾਰ ਉਦੋਂ। ਅਰਜ਼ ਮਨ ਐਪਰ ਰਾਜਾ ਜੈ ਸਿੰਘ ਦੀ, ਹੋ ਗਏ ਗੁਰੂ ਜੀ ਫਿਰ ਤਿਆਰ ਉਦੋਂ। ਬਾਲਾ ਪ੍ਰੀਤਮ ਨਾਲ ਦਿੱਲੀ ਨੂੰ ਜਾਣ ਦੇ ਲਈ, ਸੰਗਤਾਂ ਤੁਰੀਆਂ ਸੀ ਬੇਸ਼ੁਮਾਰ ਉਦੋਂ। ਉੱਗੇ ਸਿੱਖਾਂ ਤੋਂ ਬਿਨਾਂ ਸਭ ਮੋੜ ਦਿੱਤੀਆਂ, ਪਹੁੰਚ ਖੰਜੋੜੇ ਨੂਰੀ ਨਹਾਣ ਉਦੋਂ। ਇੱਕ ਪੰਡਤ ਨੇ ਖੰਜੋਖੜੇ ਵਿਖੇ ਆ ਕੇ ਗੁਰ ਸਾਹਿਬ ਨਾਲ ਜਦੋਂ ਤਕਰਾਰ ਕੀਤਾ। ਆਪਾਂ ਸਾਖੀ ਸੁਣੀਏ, ਥੋੜੀ ਜਿਹੀ ਕਵਿਤਾ ਦੇ ਰੂਪ ਵਿੱਚ ਆਪਾਂ ਸੁਣਦੇ ਹਾਂ। ਇੱਕ ਬ੍ਰਾਹਮਣ ਨੇ ਪੰਜੋਖੜੇ ਵਿਖੇ ਆ ਕੇ ਗੁਰ ਸਾਹਿਬ ਨਾਲ ਜਦੋਂ ਤਕਰਾਰ ਕੀਤਾ, ਛੱਜੂ ਚੀਰ ਤੇ ਮਿਹਰ ਦੀ ਨਜ਼ਰ ਕਰਕੇ ਅਨਪੜ੍ਹ ਤਾਈਂ ਵਿਦਵਾਨ ਦਾ ਤਾਰ ਕੀਤਾ। ਦਿਵ ਦ੍ਰਿਸ਼ਟ ਨਾਲ ਛੱਜੂ ਨੇ ਮੁਖ ਵਿੱਚੋਂ ਪਾਵਨ ਗੀਤਾ ਦਾ ਅਰਥ ਵਿਚਾਰ ਕੀਤਾ। ਕੌਤਕ ਤੱਕ ਸਾਰਾ ਪੰਡਤ ਲਾਲ ਚੰਦ, ਕੌਤਕ ਤੱਕ ਸਾਰਾ ਪੰਡਤ ਲਾਲ ਚੰਦ ਚਰਨਾਂ ਵਿੱਚ ਟਹਿ ਕੇ ਨਮਸਕਾਰ ਕੀਤਾ। ਸਾਰੇ ਰਾਹ ਵਿੱਚ ਤਾਰ ਕੇ ਸੰਗਤਾਂ ਨੂੰ, ਆਖਰ ਚੱਲ ਕੇ ਦਿੱਲੀ ਨੂੰ ਆਏ ਸਤਿਗੁਰ। ਰਾਜਾ ਜੈ ਸਿੰਘ ਤੇ ਸੁੰਦਰ ਬੰਗਲੇ ਵਿੱਚ ਨਾਲ ਅਦਬ ਦੇ ਗਏ ਠਹਿਰਾਏ ਸਤਿਗੁਰ। ਸਿੱਖ ਧਰਮ ਦਾ ਕਰਨ ਪ੍ਰਚਾਰ ਲੱਗੇ, ਹਰ ਰੋਜ਼ ਦੀਵਾਨ ਸਜਾਏ ਸਤਿਗੁਰ। ਔਰੰਗਜ਼ੇਬ ਨੂੰ ਮਿਲਣ ਤੋਂ ਨਾ ਕਰਕੇ, ਗੁਰੂ ਪਿਤਾ ਦੇ ਬਚਨ ਨਿਭਾਏ ਸਤਿਗੁਰ। ਰਾਣੀ ਜੈ ਸਿੰਘ ਜਦੋਂ ਅਸੀਂ ਪਰਖ ਕੀਤੀ, ਰਾਣੀ ਜੈ ਸਿੰਘ ਜਦੋਂ ਅਸੀਂ ਪਰਖ ਕੀਤੀ, ਚਰਨ ਉਸੇ ਦੀ ਗੋਦ ਵਿੱਚ ਪਾਏ ਉੱਥੇ। ਸੇਵਾ ਕੀਤੀ ਸੀ ਦੁਖੀਆਂ ਤੇ ਰੋਗੀਆਂ ਦੀ, ਜਿਹੜੇ ਹੋਏ ਸੀ ਬੜੇ ਘਬਰਾਏ ਉੱਥੇ। ਸੇਵਾ ਕੀਤੀ ਸੀ ਦੁਖੀਆਂ ਤੇ ਰੋਗੀਆਂ ਦੀ, ਜਿਹੜੇ ਹੋਏ ਸੀ ਬੜੇ ਘਬਰਾਏ ਉੱਥੇ। ਸਾਰੇ ਪਿੰਡ ਦੇ ਉਦੋਂ ਫਿਰ ਪਾਤਸ਼ਾਹ ਦੇ ਕਹਿੰਦੇ ਹਨ, ਸਾਰਾ ਪਿੰਡ ਉੱਥੇ, ਸਾਰਾ ਸ਼ਹਿਰ, ਸਾਰਾ ਦਿੱਲੀ ਸੱਚੇ ਪਿਤਾ ਦੇ ਸਾਰੇ ਪਿੰਡੇ ਤੇ ਕਹਿੰਦੇ ਹਨ ਕਿ ਸਾਰੇ ਪਿੰਡੇ ਤੇ ਜਦੋਂ ਫਿਰ ਪਾਤਸ਼ਾਹ ਦੇ ਛਾਲੇ ਚੇਚਕ ਦੇ ਨਿਕਲ ਸੀ ਆਏ ਉਦੋਂ। ਸਾਬ ਛਾਲੇ ਚੇਚਕ ਦੇ ਨਿਕਲ ਸੀ ਆਏ ਉਦੋਂ। ਮੁਖੋਂ ਬਾਬਾ ਬਕਾਲਾ ਫਿਰ ਕਹਿ ਗਏ, ਮੁਖੋਂ ਬਾਬਾ ਬਕਾਲਾ ਫਿਰ ਕਹਿ ਗਏ, ਜੋਤੀ ਜੋ ਸੀ ਆਖਰ ਸਮਾਏ ਉੱਥੇ। ਸੋ ਇਸ ਤਰ੍ਹਾਂ ਸੱਚੇ ਪਿਤਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋ ਵੀ ਆਪਾਂ ਉਹਨਾਂ ਨੂੰ ਜਿੰਨਾ ਵੀ ਧਿਆ ਲਈਏ ਉਨਾ ਹੀ ਥੋੜਾ ਹੈ। ਹਾਂਜੀ ਭਾਜੀ, ਆਓ ਜੀ। ਵਾਹ ਜੀ ਵਾਹ। ਮੈਂ ਕਹਿ ਰਿਹਾ ਸੀ ਕਿ ਵਰਲਡ ਲੈਵਲ ਤੇ ਜਿਨ੍ਹਾਂ ਬਹੁਤ ਹੀ ਮਸ਼ਹੂਰ ਸਕਾਲਰਸ, ਉਹਨਾਂ ਦੀਆਂ ਲਿਖੀਆਂ ਹੋਈਆਂ ਗੱਲਾਂ, ਉਹਨਾਂ ਦੇ ਰੈਫਰੈਂਸਿਸ ਸਾਨੂੰ ਡੈਂਟਲ ਸਰਜਨ ਗੁਰਚਰਨ ਸਿੰਘ ਜੀ ਚਾਨਕ ਸਾਹਿਬ ਨੇ ਭੇਜੇ ਹਨ। ਕੋਸਟਾ ਲੁਬਾਨ ਨੰਬਰ 6, Sikhs only talk about peace and reconciliation. I invite Christians
to praise change and believe in it. Number 7, Bernard Shaw. One day this world will accept Sikhism. Refusing to accept the true name of Sikhism will only make one accept its principles. Western nations will surely one day convert to Sikhism. The religion of the learned is equal to that of Sikhism. Number 8, Johann Keith. If not today, one day we will have to accept Sikhism because that is the true religion. That is the true religion. Many thanks. ਮਹਿਮਾ ਪ੍ਰਕਾਸ਼ ਗ੍ਰੰਥ ਦਾ ਲੇਖਕ ਲਿਖਦਾ ਹੈ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਹ ਕਿਹਾ ਕਿ ਜਿਹਦੇ ਦਿਲ ਵਿੱਚ ਥਾਂ ਨਾ ਹੋਵੇ ਉਹਦੇ ਘਰ ਨਹੀਂ ਜਾਣਾ ਚਾਹੀਦਾ। ਔਰੰਗਜ਼ੇਬ ਨੇ ਆਪਣੇ ਵਜ਼ੀਰ ਰਾਜਾ ਜੈ ਸਿੰਘ ਦੇ ਕੰਨ ਵਿੱਚ 2 ਗੱਲਾਂ ਕਹੀਆਂ। ਪਹਿਲੀ ਗੱਲ, ਤੁਮ ਜਾਓ ਆਗੇ ਲੈਨ ਕਰ ਅਦਬ ਮੀਠੇ ਬੈਨ। 8ਵੇਂ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਹੀ ਨਿਵਾਸ ਕੀਤਾ, ਜੋ ਹੁਣ ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਂ ਨਾਲ ਸਾਰੀ ਦੁਨੀਆ ਵਿੱਚ ਮਸ਼ਹੂਰ ਮਾਰੂਫ ਹੈ। ਦੂਜੀ ਗੱਲ, ਔਰੰਗਜ਼ੇਬ ਦੇ ਕਹਿਣ ਤੇ ਰਾਜਾ ਜੈ ਸਿੰਘ ਨੇ ਆਪਣੀ ਪਟਰਾਣੀ ਨੂੰ ਨੌਕਰਾਣੀਆਂ ਵਾਲੇ ਪਾਟੇ ਪੁਰਾਣੇ ਕੱਪੜੇ ਪਵਾ ਕੇ ਬਾਲ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਅੰਤਰਯਾਮਤਾ ਦੀ ਪ੍ਰੀਖਿਆ ਕਰਨੀ ਚਾਹੀ। ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਦੁਨੀਆਦਾਰ ਲੋਕ ਸਮਰੱਥ ਗੁਰੂ ਜੀ ਦਾ ਵੀ ਇਮਤਿਹਾਨ ਲੈਂਦੇ ਹਨ, ਪ੍ਰੀਖਿਆ ਕਰਦੇ ਹਨ। ਸਿਆਣੇ ਕਹਿੰਦੇ ਹਨ ਕਿ ਦਾਤੀ ਨੂੰ ਇੱਕ ਬੰਨੇ ਦੰਦੇ ਹੁੰਦੇ ਹਨ। ਸ਼ਾਇਦ ਉਹ ਇਹ ਸੱਚਾਈ ਨਹੀਂ ਜਾਣਦੇ ਕਿ ਗੁਰ ਪਰਮੇਸ਼ਰ ਇੱਕੋ ਜਾਣ। ਅੰਤਰਯਾਮੀ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਫਰਮਾਇਆ, ਲੇਤ ਅੰਤ ਮਾਨਕ ਕੋ ਮਤ ਪਰੋਏ। ਸਾਡਾ ਅੰਤ ਪਾਉਣਾ ਚਾਹੁੰਦੇ ਹੋ, ਮਨ ਵਿੱਚ ਖੋਟ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ। ਰਾਜਾ ਜੈ ਸਿੰਘ ਦੇ ਮਹਿਲਾਂ ਵਿੱਚ ਜਾਂਦਿਆਂ ਸਾਰ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਖੁੰਡੀ, ਆਪਣੀ ਛੜੀ ਸਿੱਧੀ ਪਟਰਾਣੀ ਦੇ ਸਿਰ ਦੇ ਉੱਪਰ ਰੱਖੀ ਤਾਂ ਰਾਜਾ ਜੈ ਸਿੰਘ ਤੇ ਰਾਣੀ ਦੋਏ ਬਹੁਤ ਸ਼ਰਮਿੰਦਾ ਹੋਏ। ਦਿਲ ਦੀ ਗੱਲ ਨਜ਼ਰਾਂ ਵਿੱਚੋਂ ਪੜ੍ਹੀ ਜਾਂਦੀ ਆ। ਉਹਨਾਂ ਦਾ ਸੁਪਨਾ ਸੱਚਾਈ ਨਾਲ ਟਕਰਾ ਕੇ ਚੂਰ ਚੂਰ ਹੋ ਗਿਆ। ਰਾਜਾ ਤੇ ਰਾਣੀ ਬਾਲ ਗੁਰੂ ਸਮਰੱਥ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਕਦਮਾਂ ਤੇ ਰੇਤ ਦੀ ਦੀਵਾਰ ਵਾਂਗ ਢਹਿ ਪਏ ਤੇ ਵਾਰ-ਵਾਰ ਮਾਫੀਆਂ ਮੰਗਣ ਲੱਗੇ। ਸਿੱਖ ਇਤਿਹਾਸ ਕਹਿੰਦਾ ਕਿ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਬੁਲਾਇਆ ਸੀ, ਪਰ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਉਹ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਗੇ। ਫਿਰ ਉਹਨਾਂ ਨੇ ਆਪਣੇ ਵੱਡੇ ਬੇਟੇ ਬਾਬਾ ਰਾਮ ਰਾਏ ਜੀ ਨੂੰ ਸਾਰੀਆਂ ਦੁਨਿਆਵੀ ਸ਼ਕਤੀਆਂ, ਸਪਿਰਿਚੁਅਲ ਪਾਵਰਸ ਦੇ ਕੇ ਦਿੱਲੀ ਭੇਜਿਆ, ਸਾਰੀਆਂ ਰੂਹਾਨੀ ਸ਼ਕਤੀਆਂ ਦੇ ਕੇ ਭੇਜਿਆ। ਤਾਂ ਉਹ ਜਦੋਂ ਦਿੱਲੀ ਗਏ, ਔਰੰਗਜ਼ੇਬ ਬਾਦਸ਼ਾਹ ਦੇ ਨਾਲ ਗੱਲਬਾਤ ਕਰਕੇ ਉਹਨੂੰ ਕਿੰਨੇ ਸਾਰੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੱਤੇ, ਪਰ ਉਹ ਤਾਂ ਸ਼ਾਇਦ ਕਿਸੇ ਹੋਰ ਦੀ ਬੋਲੀ ਬੋਲ ਰਿਹਾ ਸੀ। ਕਹਿੰਦੇ ਹਨ ਕਿ ਉਹਨੇ ਕਿਸੇ ਦੀ ਸਿਖੌਤ ਤੇ ਇਹ ਸਵਾਲ ਕੀਤਾ ਕਿ ਸਿੱਖ ਇਤਿਹਾਸ ਕਹਿੰਦਾ ਹੈ ਕਿ ਜਿੱਥੇ ਬਾਬਾ ਜੀ ਨੇ 72 ਕਰਾਮਾਤਾਂ ਦਿਖਾਈਆਂ, ਉੱਥੇ ਇਹ ਸਵਾਲ ਦਾ ਜਵਾਬ ਦੇਣ ਲੱਗਿਆ ਉਹ ਉਕਤਾ ਗਏ, ਆਪਣੇ ਨਿਸ਼ਾਨੇ ਤੋਂ ਥਿੜਕ ਗਏ। ਹਾਲਾਂਕਿ ਜਦੋਂ ਬਾਬਾ ਰਾਮ ਰਾਏ ਜੀ ਦਿੱਲੀ ਗਏ ਤਾਂ ਬਾਬਾ ਰਾਮ ਰਾਏ ਜੀ ਨੂੰ ਔਰੰਗਜ਼ੇਬ ਦੇ ਇਸ਼ਾਰੇ ਤੇ ਨੌਕਰਾਂ ਨੇ ਅੰਨੇ ਖੂਹ ਦੇ ਉੱਪਰ ਚਾਦਰ ਕੇ ਉਹਨਾਂ ਨੂੰ ਬਿਠਾਇਆ ਕਿ ਉਹ ਖੂਹ ਵਿੱਚ ਡਿੱਗ ਜਾਣਗੇ ਤਾਂ ਉਹਨਾਂ ਦੀ ਹਾਸੀ ਹੋਏਗੀ। ਲੇਕਿਨ ਜਦੋਂ ਬਾਬਾ ਰਾਮ ਰਾਏ ਜੀ ਉਸ ਅੰਨੇ ਖੂਹ ਤੇ ਵਿਛਾਈ ਹੋਈ ਚਿੱਟੀ ਚਾਦਰ ਦੇ ਉੱਪਰ ਧੰਨ ਗੁਰੂ ਨਾਨਕ ਕਹਿ ਕੇ ਬੈਠੇ ਤਾਂ ਉਹ ਚਾਦਰ ਐਸੀ ਤਣੀ ਕਿ ਉਹ ਖੂਹ ਵਿੱਚ ਨਹੀਂ ਡਿਗੇ, ਉਹ ਬੇਅਦਬ ਨਹੀਂ ਹੋਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਤਨਾ ਕੁਝ ਹੋਣ ਦੇ ਬਾਵਜੂਦ ਵੀ ਬਾਬਾ ਰਾਮ ਰਾਏ ਜੀ ਇੱਕ ਟਰਨਿੰਗ ਪੁਆਇੰਟ ਤੇ ਆ ਕੇ ਤਿਲਕ ਗਏ, ਆਪਣੇ ਨਿਸ਼ਾਨੇ ਤੋਂ ਫਿਸਲ ਗਏ। ਉਹ ਕੀ ਸੀਗਾ? ਉਹ ਨਿਸ਼ਾਨਾ ਇਹ ਸੀਗਾ, ਉਹ ਸਵਾਲ ਇਹ ਸੀਗਾ, ਜਿਵੇਂ ਭੈਣ ਜੀ ਨੇ ਦੱਸਿਆ ਹੈ, ਪਰ ਇਹ ਗੱਲ ਇਤਨੀ
ਜ਼ਬਰਦਸਤ ਹੈ, ਇਤਿਹਾਸਕ ਹੈ ਕਿ ਮੈਂ ਇਸ ਨੂੰ ਇੱਕ ਵਾਰੀ ਫਿਰ ਕਹਿਣ ਵਿੱਚ ਫਖਰ ਮਹਿਸੂਸ ਕਰਦਾ ਹਾਂ, ਕਿਉਂਕਿ ਇਹਦੇ ਪਿੱਛੇ ਇੱਕ ਜਿਹੜਾ ਮੋਰਲ ਹੈ, ਇੱਕ ਜਿਹੜਾ ਨਤੀਜਾ ਹੈ, ਉਹ ਬਹੁਤ ਮਹਾਨ ਹੈ ਕਿ ਜੇ ਅੱਜ ਵੀ ਕੋਈ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵੀ ਲਾਗ ਮਾਤਰ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਹਿੰਮਤ ਕਰਦਾ ਹੈ ਤਾਂ ਉਹਦੇ ਵਾਸਤੇ ਮਾਫੀ ਨਹੀਂ। ਇਹ ਸਾਡੇ ਕੋਲ ਇੱਕ ਕਲਾਸੀਕਲ ਐਗਜ਼ਾਮਪਲ ਹੈ ਕਿ ਗੁਰੂ ਪੁੱਤਰ ਨੂੰ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸਵਾਲ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ ਵਿੱਚ ਇਸ ਲਾਈਨ ਦਾ ਕੀ ਮਤਲਬ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਹਾਰ। ਪੰਜਾਬੀ ਹੈ, ਸਾਨੂੰ ਸਮਝ ਆਉਂਦੀ ਹੈ, ਹਰੇਕ ਮਿੱਟੀ ਜਿਹੜੀ ਹੈ ਉਹ ਕੁਮਿਹਾਰ ਦੇ ਭਾਂਡੇ ਬਣਦੀ ਹੈ, ਪੂਰਾ ਸ਼ਬਦ ਹੈ। ਲੇਕਿਨ ਸਾਡਾ ਟੂ ਦੀ ਪੁਆਇੰਟ ਗੱਲ ਸਿਰਫ ਅਸੀਂ ਇਤਨੀ ਕਰਨੀ ਹੈ ਕਿ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਬਾਦਸ਼ਾਹ ਦੇ ਪ੍ਰਭਾਵ ਥੱਲੇ ਗੁਰੂ ਨਾਨਕ ਦੇਵ ਜੀ ਦੀ ਇੱਕ ਗੁਰਬਾਣੀ ਦੀ ਲਾਈਨ ਨੂੰ, ਪੰਕਤੀ ਨੂੰ, ਉਹਦੇ ਵਿੱਚ ਇੱਕ ਪੂਰਾ ਸ਼ਬਦ ਬਦਲ ਦਿੱਤਾ। ਲਾਈਨ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਹਾਰ, ਤੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਬਾਦਸ਼ਾਹ ਸਲਾਮਤ, ਇਹ ਲਾਈਨ ਇਉਂ ਨਹੀਂ, ਇਉਂ ਹੈ ਮਿੱਟੀ ਬੇਈਮਾਨ ਕੀ ਪੇੜੇ ਪਈ ਕੁਮਿਹਾਰ। ਜਦੋਂ ਦਿੱਲੀ ਦੇ ਗੁਰਸਿੱਖਾਂ ਨੇ ਇਹ ਗੱਲ ਸੁਣੀ ਤਾਂ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਇਹ ਮੈਸੇਜ ਦਿੱਤਾ, ਹਜ਼ੂਰ ਆਪ ਜੀ ਦੇ ਬੇਟੇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਇੱਕ ਲਾਈਨ ਜਾਂ ਇੱਕ ਲਾਈਨ ਵਿੱਚ ਇੱਕ ਸ਼ਬਦ ਬਦਲੀ ਕਰ ਦਿੱਤਾ ਹੈ। ਤਾਂ ਗੁਰੂ ਸਾਹਿਬ ਨੇ ਇਸ ਗੱਲ ਦਾ ਬਹੁਤ ਬੁਰਾ ਮੰਨਿਆ। ਹਜ਼ੂਰ ਪਾਤਸ਼ਾਹ ਨੇ ਇਤਨਾ ਬੁਰਾ ਮੰਨਿਆ, ਉਹਨਾਂ ਨੇ ਕਿਹਾ ਕਿ ਸਾਡੇ ਮੱਥੇ ਨਾ ਲੱਗੇ, ਜਿੱਧਰ ਉਹਦਾ ਮੂੰਹ ਹੈ ਉਧਰ ਚਲੇ ਜਾਵੇ। ਇਹ ਗੱਲ ਡੰਕੇ ਦੀ ਚੋਟ ਨਾਲ ਕਹਿਣ ਵਾਲੀ ਹੈ ਕਿ ਗੁਰੂ ਪੁੱਤਰ ਰਾਮ ਰਾਏ ਨੇ, ਜਿਹਨੇ ਗੁਰਬਾਣੀ ਦੀ ਪੰਕਤੀ ਪਲਟੀ ਸੀ, ਸਤਵੇਂ ਪਾਤਸ਼ਾਹ ਨੇ ਦੇਖੋ ਕਿੰਨਾ ਵੱਡਾ ਲੈਸਨ ਹੈ ਸਾਡੇ ਵਾਸਤੇ, ਸਪਸ਼ਟ ਕਿਹਾ ਕਿ ਸਾਡੇ ਮੱਥੇ ਨਾ ਲੱਗੇ। ਤੇ ਜਿਨ੍ਹਾਂ ਨੇ ਸਤਿਕਾਰ ਕੀਤਾ ਸੀ 8ਵੇਂ ਗੁਰੂ ਜਿਹੜੇ ਬਣੇ ਹਰਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਨੇ ਗੁਰਬਾਣੀ ਦਾ ਸਤਿਕਾਰ ਕੀਤਾ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਉੱਤੇ ਸੁਭਾਇਮਾਨ ਕੀਤਾ ਗਿਆ। ਜਿਨ੍ਹਾਂ ਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ, ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਮੱਥੇ ਨਾ ਲੱਗੇ। ਜਿਨ੍ਹਾਂ ਨੇ ਸਤਿਕਾਰ ਕੀਤਾ, ਉਹਨਾਂ ਨੂੰ ਗੁਰੂ ਨਾਨਕ ਦੀ ਗੱਦੀ ਦੀ ਬਖਸ਼ਿਸ਼ ਹੋਈ। ਬਾਈ ਵਾਹ, ਕਮਾਲ ਹੋ ਗਈ। ਇਹ ਹੈ ਗੁਰਬਾਣੀ ਦਾ ਸਤਿਕਾਰ। ਇਲਾਮਾ ਇਕਬਾਲ ਆਪਣੀ ਕਿਤਾਬ ਬਾਂਗੇ ਦਰਾ ਵਿੱਚ ਲਿਖਦਾ ਹੈ, हैरान हूं मैं अपनी हसरतों पे इकबाल, हर चीज खुदा से मांग ली मगर खुदा को छोड़कर। ਇਹ ਉਹ ਸਨ ਹਰਕ੍ਰਿਸ਼ਨ ਸਾਹਿਬ ਜੀ, ਇਹ ਉਹ ਸਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ। ਹਾਂਜੀ ਭੈਣ ਜੀ। ਬਾਦਸ਼ਾਹ ਦੇ ਭੇਜੇ ਐਲਕਾਰ ਆਏ ਤੇ ਅਰਜ਼ ਕੀਤੀ ਕਿ ਇੱਕ ਵਾਰ ਆਪ ਔਰੰਗਜ਼ੇਬ ਜੀ ਨੂੰ ਦਰਬਾਰ ਵਿੱਚ ਜਾ ਕੇ ਦਰਸ਼ਨ ਦਿਓ। ਸੱਚੇ ਪਿਤਾ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਉਹ ਦਰਬਾਰ ਦੁਨਿਆਵੀ ਦਾ ਫੈਸਲਾ ਕਰਨ, ਉਹਨਾਂ ਨੂੰ ਕੋਈ ਹੱਕ ਨਹੀਂ। ਇਹ ਗੁਰਗੱਦੀ ਗੁਰੂ ਨਾਨਕ ਦੇਵ ਜੀ ਦੀ ਹੈ ਤੇ ਬਖਸ਼ਿਸ਼ ਕੋਈ ਨਹੀਂ, ਉਹਨਾਂ ਦਾ ਕੋਈ ਹੱਕ ਨਹੀਂ, ਅਸੀਂ ਦਰਸ਼ਨ ਨਹੀਂ ਦੇਵਾਂਗੇ। ਕਹਿੰਦੇ ਹਨ ਕਿ ਔਰੰਗਜ਼ੇਬ ਤੜਫਦਾ ਰਿਹਾ, ਤਰਲੇ ਕਰਦਾ ਰਿਹਾ। ਇੱਕ ਦਿਨ ਕਹਿੰਦਾ ਹੈ ਕਿ ਬੰਗਲਾ ਸਾਹਿਬ ਦਰਬਾਰ ਦੇ ਬਾਹਰ ਵੀ ਖੜਾ ਰਿਹਾ ਕੇ, ਪਰ ਦਰਸ਼ਨ ਨਹੀਂ ਹੋਏ। ਫਿਰ ਕਹਿੰਦੇ ਹਨ ਕਿ ਨਿਰਕਾਰ ਦੇ ਰੰਗ ਦਿੱਲੀ ਅੰਦਰ ਭਿਆਨਕ ਬਿਮਾਰੀ ਜਿਹੜੀ ਚੇਚਕ ਦੀ ਫੈਲ ਗਈ, ਸੈਂਕੜੇ ਮੌਤਾਂ ਹੋਣ ਲੱਗ ਗਈਆਂ। ਗੁਰੂ ਜੀ ਬਿਮਾਰਾਂ ਦੀ ਸੇਵਾ ਵਿੱਚ ਜੁਟ ਗਏ, ਰੋਗੀਆਂ ਦੇ ਰੋਗ ਦੂਰ ਹੋਣ ਲੱਗ ਗਏ। ਜਿਸ ਤੇ ਵੀ ਦ੍ਰਿਸ਼ਟੀ ਕਹਿੰਦੇ ਹਨ ਮਿਹਰ ਦੀ ਸੱਚੇ ਪਾਤਸ਼ਾਹ ਦੀ ਪੈਂਦੀ ਸੀ ਨਾ, ਰੋਗ ਹੋ ਜਾਂਦੇ ਸਨ। ਗੁਰੂ ਜੀ ਨੇ ਆਪਣੇ ਕਮਰੇ ਦੇ ਬਾਹਰ ਇੱਕ ਕਹਿੰਦੇ ਹਨ ਕਿ ਜਿੱਥੇ ਉਹ ਰਹਿੰਦੇ ਸਨ ਬੰਗਲਾ ਸਾਹਿਬ ਦੇ ਵਿੱਚ, ਉੱਥੇ ਬੰਗਲਾ ਸਾਹਿਬ ਬੰਗਲੇ ਵਿੱਚ ਇੱਕ ਚੁਚਬਾ ਜਿਹਾ ਇੱਕ ਬਣਾਇਆ ਅਤੇ ਪਾਣੀ ਨਾਲ ਭਰ ਕੇ ਚਰਨ ਪਹਲ ਵਿੱਚ ਬਦਲ ਦਿੱਤਾ। ਉੱਥੋਂ ਸੰਗਤਾਂ ਜਲ ਅੰਮ੍ਰਿਤ ਲੈ ਕੇ ਨਾ ਠੀਕ ਹੋ ਜਾਂਦੇ ਸਨ। ਆਖਿਰ ਕਹਿੰਦੇ ਹਨ ਕਿ ਗੁਰੂ ਜੀ ਵੀ ਇਸ ਬਿਮਾਰੀ ਦੀ ਜਕੜ ਵਿੱਚ ਆ ਗਏ, ਕਿਉਂਕਿ ਸੇਵਾ ਕਰਦੇ ਕਰਦੇ ਬਿਮਾਰੀ ਐਸੀ ਸੀ ਜਿਹੜੀ ਫੈਲੀ ਜਾਂਦੀ ਸੀ। ਸੋ ਗੁਰੂ ਜੀ ਵੀ ਸੱਚੇ ਪਾਤਸ਼ਾਹ ਇਸ ਬਿਮਾਰੀ ਦੀ ਜਕੜ ਵਿੱਚ ਆ ਗਏ। ਅਤੇ ਜਦੋਂ ਸੰਗਤਾਂ ਨੇ ਬੇਨਤੀ ਕੀਤੀ ਕਿ ਸਾਨੂੰ ਦੱਸੋ ਕਿ ਆਪ ਜੀ ਦੇ ਪਿੱਛੋਂ ਸਾਡੀ ਰਹਿਨੁਮਾਈ ਕੌਣ ਕਰੇਗਾ, ਕੌਣ ਸਾਨੂੰ ਦੇਖੇਗਾ, ਕੌਣ ਹੋਊਗਾ ਗੁਰੂ ਸਾਡਾ, ਗੁਰੂ ਜੀ ਦੇ ਬਚਨ ਬਾਬਾ ਬਕਾਲੇ, ਗੁਰੂ ਜੀ ਦੇ ਬਚਨ ਬਾਬਾ ਬਕਾਲੇ। ਫੇਰ ਕੀ ਜੋਤੀ ਜੋਤ ਸਮਾ ਗਏ।
ਉਹ ਅੰਮ੍ਰਿਤ ਚਰਨ ਪੌਲ ਜਿਹੜੀ ਕਹਿੰਦੇ ਹਨ ਕਿ ਅੱਜ ਵੀ ਸੰਗਤਾਂ ਬੰਗਲਾ ਸਾਹਿਬ ਗੁਰਦੁਆਰੇ ਦਿੱਲੀ ਜਾਂਦੀਆਂ ਹਨ ਅਤੇ ਚਰਨ ਪੌਲ ਛਕਦੀਆਂ ਹਨ। ਅੱਜ ਵੀ ਕਹਿੰਦੇ ਹਾਂ ਕਿ ਜੇ ਪੂਰੀ ਸ਼ਰਧਾ ਵਿਸ਼ਵਾਸ ਗੁਰੂ ਉੱਪਰ ਕਰਕੇ ਸੱਚੇ ਪਾਤਸ਼ਾਹ ਨੂੰ ਆਪਾਂ ਰੋਜ਼ ਅਰਦਾਸ ਕਰੀਦੇ ਹਾਂ, ਜਿਸ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ, ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ। ਸੁੱਕੇ ਹਰੇ ਵੀ ਹੋ ਜਾਂਦੇ ਹਨ। ਜਿਹੜਾ ਸੁੱਕਾ ਹੋਇਆ ਦਰਖਤ ਬੂਟਾ ਕੁਛ ਵੀ ਹੋਵੇ, ਜਦੋਂ ਗੁਰੂ ਦੀ ਨਜ਼ਰ ਦ੍ਰਿਸ਼ਟੀ ਪੈ ਜਾਵੇ ਹਰੇ ਹੋ ਜਾਂਦੇ ਹਨ। ਦਰਸ਼ਨ ਗੁਰੂ ਹਰਿਕ੍ਰਿਸ਼ਨ ਦੇ ਸਭ ਦੁੱਖ ਕਰਦੇ ਦੂਰ, ਜਿਸ ਬੰਗਲੇ ਤੁਸੀਂ ਬੈਠ ਗਏ ਉੱਥੇ ਝਾਦਾ ਅੰਮ੍ਰਿਤ ਨੂਰ। ਅੰਮ੍ਰਿਤ ਦ੍ਰਿਸ਼ ਦੇ ਦਾਤੇ ਸਵਾਮੀ, ਸਤਿਗੁਰ ਹਰਿਕ੍ਰਿਸ਼ਨ ਪਿਆਰੇ, ਦਰ ਤੇਰੇ ਤੇ ਅਸੀਂ ਹਾਂ ਡਿੱਗੇ, ਮੇਰੇ ਬਾਲਾ ਪ੍ਰੀਤਮ ਮੀਤ ਮੁਰਾਰੇ। ਦ੍ਰਿਸ਼ਟ ਤੇਰੀ ਵਿੱਚ ਅੰਮ੍ਰਿਤ ਵਰਸੈ, ਦ੍ਰਿਸ਼ਟ ਤੇਰੀ ਵਿੱਚ ਅੰਮ੍ਰਿਤ ਵਰਸੈ, ਤੁਸੀਂ ਸੁੱਕੇ ਹੀ ਹਰੇ ਕਰ ਦਿੱਤੇ। ਜਿਸ ਜਗ੍ਹਾ ਤੁਸੀਂ ਬੈਠੇ ਆ ਕੇ, ਜਿਸ ਜਗ੍ਹਾ ਤੁਸੀਂ ਬੈਠੇ ਆ ਕੇ, ਉੱਥੇ ਅੱਜ ਵੀ ਕੀਰਤਨ ਮੰਗਲਾ, ਕਿਲੇ ਦਿੱਲੀ ਦੇ ਵੀਰਾਨ ਸਭ ਹੋ ਗਏ। ਤੇਰਾ ਅੱਜ ਵੀ ਸੋਭਦਾ ਬੰਗਲਾ, ਤੇਰਾ ਅੱਜ ਵੀ ਸੋਭਦਾ ਬੰਗਲਾ। ਉਹ ਬੰਗਲਾ ਸਾਹਿਬ ਅੱਜ ਵੀ ਉਸੇ ਤਰ੍ਹਾਂ ਸ਼ਰਧਾ ਦੇ ਨਾਲ ਭਰਿਆ ਹੈ, ਪਰ ਮਨ ਵਿੱਚ ਜਿਹੜੀ ਮਨ ਦੀ ਸ਼ਰਧਾ ਹੈ, ਮਨ ਦਾ ਵਿਸ਼ਵਾਸ ਪੱਕਾ ਹੋਵੇ। ਕਿਉਂ ਨਹੀਂ ਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਉਂ ਨਹੀਂ ਤੁਹਾਡੇ ਦੁੱਖ ਦੂਰ ਕਰੋਗੇ? ਜ਼ਰੂਰ ਕਰੋਗੇ, ਪਰ ਸ਼ਰਧਾ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਜਾਵੇ। ਇਹੀ ਸਾਡੀ ਅਰਦਾਸ ਹੈ ਕਿ ਸੱਚੇ ਪਿਤਾ ਸਾਰਿਆਂ ਤੇ ਮਿਹਰ ਕਰਨ ਅਤੇ ਗੁਰੂ ਦੀ ਬਾਣੀ, ਗੁਰੂ ਦਾ ਪਿਆਰ, ਗੁਰੂ ਦਾ ਵਿਸ਼ਵਾਸ ਮਨਾਂ ਵਿੱਚ ਪੱਕਾ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਹਾਂਜੀ ਭਾਜੀ, ਆਓ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ 2 ਸਾਲ 5 ਮਹੀਨੇ ਅਤੇ 26 ਦਿਨ ਗੁਰੂ ਨਾਨਕ ਦੇਵ ਜੀ ਦੀ ਗੁਰਿਆਈ ਉੱਤੇ ਪਹਿਰਾ ਦੇ ਕੇ ਸਿੱਖੀ ਦੇ ਬੂਟੇ ਨੂੰ ਭਲੀ ਭਾਂਤ ਪ੍ਰਫੁੱਲਤ ਕੀਤਾ। ਬਾਬਾ ਰਾਮ ਰਾਏ ਜੀ ਦੀ ਸ਼ਿਕਾਇਤ ਤੇ ਇਹਨਾਂ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਬੁਲਾਇਆ ਸੀ। ਉਸ ਵਕਤ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਬਹੁਤ ਜ਼ੋਰਾਂ ਨਾਲ ਫੈਲੀ ਹੋਈ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦੁਖੀਆਂ ਤੇ ਰੋਗੀਆਂ ਦੀ ਆਪਣੇ ਹੱਥੀਂ ਬਹੁਤ ਸੇਵਾ ਕੀਤੀ ਅਤੇ ਫਿਰ ਅਖੀਰ ਆਪ ਵੀ ਇਸੇ ਬਿਮਾਰੀ ਦੇ ਕਾਰਨ ਉੱਥੇ ਦਿੱਲੀ ਵਿੱਚ ਹੀ 30 ਮਾਰਚ ਸਨ 1664 ਈਸਵੀ ਨੂੰ ਜੋਤੀ ਜੋਤ ਸਮਾਏ। ਆਪਣਾ ਅੰਤਮ ਸਮਾਂ ਜਾਣ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਚਨ ਕੀਤਾ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ, ਯਾਨੀ ਅਗਲੇ ਸਤਿਗੁਰੂ ਬਾਬਾ ਬਕਾਲਾ ਪਿੰਡ ਵਿੱਚ ਹੋਣਗੇ। ਗੁਰਦੁਆਰਾ ਬਾਲਾ ਸਾਹਿਬ, ਜਿਸ ਨੂੰ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ, ਉੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਬਾਲਾ ਸਾਹਿਬ ਇਹ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਸ਼ਹੂਰ ਅਸਥਾਨ ਹਨ। ਹਜ਼ੂਰ ਦੀ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਾਰੀ ਦੁਨਿਆਵੀ ਉਮਰ 7 ਸਾਲ 8 ਮਹੀਨੇ ਅਤੇ 26 ਦਿਨ ਦੀ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਦੇ ਬਾਰੇ ਵਿੱਚ ਚੰਡੀ ਦੀਵਾਰ ਵਿੱਚ ਬਹੁਤ ਸੁੰਦਰ ਬਚਨ ਕੀਤੇ ਹਨ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਲਓ ਜੀ, ਇਸ ਦੇ ਨਾਲ ਹੀ ਮੇਰਾ ਖਿਆਲ ਹੈ ਕਿ ਘੜੀ ਨੇ ਇਸ਼ਾਰਾ ਕੀਤਾ ਹੈ, ਸਮਾਂ ਹੋ ਗਿਆ ਤੇ ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਮੈਂ 1-2 ਮਿੰਟਾਂ ਵਿੱਚ ਤੁਹਾਨੂੰ 1-2 ਸਾਵਣ ਦੀਆਂ ਰੁਬਾਈਆਂ ਸੁਣਾ ਦਿੰਦਾ। ਸਿਰਫ ਟੁਕ ਮਾਤਰ। ਵਾਹ ਸਾਵਣ ਦੇ ਮੀਂਹ ਛਰਾਟੇ, ਇਹ ਤਪਦੇ ਦਿਲਾਂ ਨੂੰ ਠਾਰਦੇ, ਬਿਜਲੀ ਚਮਕੇ ਬੱਦਲ ਗੱਜਣ, ਬਚੜੇ ਨਹਾਉਂਦੇ ਨਹੀਂ ਹਾਰਦੇ, ਸਾਰੇ ਪਾਸੇ ਜਲ ਥਲ ਹੋਇਆ, ਦਾਨੇ ਰੱਬ ਦਾ ਸ਼ੁਕਰ ਗੁਜ਼ਾਰਦੇ, ਕਾਗਜ਼ ਦੀਆਂ ਬਣਾਈਆਂ ਬੇੜੀਆਂ, ਜ਼ਖਮੀ ਦੇ ਸਾਥੀ ਤਾਰਦੇ। 7000 ਰੁਬਾਈਆਂ ਦੀ ਕਿਤਾਬ ਵਿੱਚੋਂ ਇਹ ਰੁਬਾਈਆਂ ਸਿਰਫ ਸਾਵਣ ਤੇ ਲਿਖੀਆਂ ਗਈਆਂ। ਸਾਵਣ ਖੁਸ਼ੀਆਂ ਲੈ ਕੇ ਆਇਆ, ਹਰ ਚਿਹਰੇ ਤੇ ਖੁਸ਼ਹਾਲੀ, ਖੰਭ ਲਾ ਉੱਡੇ ਹੁੰਮ ਤੇ ਗਰਮੀ, ਮੁਖੜਿਆਂ ਉੱਤੇ ਛਾਈ ਲਾਲੀ, ਰੱਜ ਜ਼ਿਮੀ ਨੇ ਪਾਣੀ ਪੀਤਾ, ਚਾਰੇ ਤਰਫ ਛਾਈ ਹਰਿਆਲੀ,
ਸਭ ਨੂੰ ਖੁਸ਼ੀਆਂ ਵੰਡ ਵੇ ਜ਼ਖਮੀ, ਆਈ ਸਾਵਣ ਰੁੱਤ ਨਿਰਾਲੀ। ਲਓ ਜੀ, ਇੱਥੇ ਹੀ ਸਮਾਪਤੀ ਹੈ ਪ੍ਰੋਗਰਾਮ ਦੀ। ਜਿਸ ਤਰ੍ਹਾਂ ਡਾਕਟਰ ਗੁਰਚਰਨ ਸਿੰਘ ਚਾਨਾ ਸਾਹਿਬ ਨੇ ਸਾਨੂੰ ਫੀਡਬੈਕ ਭੇਜੀ ਹੈ ਔਰ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਸਮੱਗਰੀ ਵੀ, ਇਸ ਤਰ੍ਹਾਂ ਤੁਸੀਂ ਵੀ ਭੇਜ ਸਕਦੇ ਹੋ। ਆਪਣਾ YouTube ਤੇ ਬਰਿੰਦਰ ਸਿੰਘ ਜ਼ਖਮੀ ਤੇ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ, ਤੇ ਜਾਂ ਫਿਰ ਈਮੇਲ ਤੇ ਤੁਸੀਂ ਆਪਣਾ ਕੋਈ ਵੀ ਮੈਸੇਜ, ਕੋਈ ਵੀ ਮਜ਼ਮੂਨ ਹੋਵੇ ਉਹ ਵੀ ਛੱਡ ਸਕਦੇ ਹੋ। barinder_singh_7@hotmail.co.uk। ਧੰਨਵਾਦ ਕਰਦਾ ਹਾਂ ਸਾਰੇ ਦਰਸ਼ਕਾਂ ਦਾ। ਅਨਾ ਮਮਨੂਨ ਕੋਨ, ਸ਼ੁਕਰਨ ਜਜ਼ੀਲਨ। ਧੰਨਵਾਦ ਦਰਸ਼ਕਾਂ ਦਾ, ਸੁਰਿੰਦਰ ਕੌਰ ਗਿੱਲ ਭੈਣ ਜੀ ਦਾ ਅਤੇ ਟੈਕਨੀਕਲ ਟੀਮ ਵੱਲੋਂ ਸ਼੍ਰੀ ਕੁਮਾਰ ਕਾਰਤਿਕ ਸਾਹਿਬ ਜੀ ਦਾ। ਪ੍ਰੋਗਰਾਮ ਨਿਭਾਉਂਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਹਨ। ਸਿਰ ਝੁਕਾ ਕੇ ਰੱਬ ਵਰਗੇ ਸਰੋਤਿਆਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਇਸ ਅਸੀਸ ਦੇ ਨਾਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਰ ਸ਼ੋਮੇਲ। ਮਿਲਦੇ ਹਾਂ ਹੋਪਫੁਲੀ ਅਗਲੇ ਫਰਾਈਡੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।